श्री वाहिगुरु सतनाम श्री वाहिगुरु। तरजी अरे कटेक तू लाहे बडानी आस, नानक नाम ते आईऐ कारज आवै रास। पाएंगे हे जब ते तुमरे तब ते को आंख तरे नहीं आनियो। राम रहीम पुराण कुरान अनेक कह मत एक न मानियो। सिमरत शास्त्र वेद सपैब हो वेद कह हम एक न जानियो।
प्रिय सपान कृपा तुमरी कर, मैं ना कहयो सब तोहे बखानियो। मेरा राखा जी सबनी ताई सबनी ताई, मेरा राखा जी सबनी ताई सबनी ताई। मेरा राखा सबनी ताई, मेरा राखा सबनी मेरा राखा जी सबनी ताई सबनी ताई, मेरा राखा जी सबनी ताई सबनी ताई। चिंता जाग चिंता जहाँ कहाँ प्रभ तू बरतंता, घर सुख वसया बाहर सुख पाया, तो नानक गुर मंत्र दृढ़ाया। सोए चिंता जाग चिंता जहाँ कहाँ प्रभ तू बरतंता, राखा एक हमारा स्वामी, सागल कटा का अंतर जामी। घर सुख वसया बाहर सुख पाया, कहो नानक गुर मंत्र दृढ़ाया। तू मेरा पिता तू है मेरा माता, तू मेरा बंधव तू मेरा भ्राता, तू मेरा राखा सबनी थाई, ताप हो के हा काड़ा जियो। तू मेरा राखा जी सबनी थाई सबनी थाई, मेरा राखा जी थाई सबनी थाई। मेरा राखा जी सबनी थाई सबनी थाई, मेरा राखा जी सबनी थाई सबनी थाई।
ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਤਿੰਨਾਂ ਵੀ ਗੁਰਸਿੱਖ ਸੰਗਤਾਂ ਦੂਰਨ ਨੂੰ ਚੱਲ ਕੇ ਆਪਣੇ ਕਾਰਾਂ ਵਿਹਾਰਾਂ ਨੂੰ ਪਿੱਛੇ ਛੱਡ ਕੇ ਕਾਫੀ ਸਮੇਂ ਤੋਂ ਹਾਜ਼ਰ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਗੁਰੂਆਂ ਦੇ ਗੁਰੂ ਧਾਰਮਿਕ ਗ੍ਰੰਥਾਂ ਦੇ ਗਿਆਤਾ 10 ਪਾਤਸ਼ਾਹਾਂ ਦੀ ਹਾਜ਼ਰ ਨਾਜ਼ਰ ਪ੍ਰਤੱਖ ਜੋਤ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਪਹੁੰਚ ਕੇ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵਟ ਅਵਰ ਨਾ ਕੋਈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰ। ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਸੁਖਮਨੀ ਸਾਹਿਬ ਦੇ ਪਾਠ, ਗੁਰਬਾਣੀ ਦੇ ਕੀਰਤਨ, ਗੁਰੂ ਸਾਹਿਬ ਦੇ ਚਰਨਾਂ ਵਿੱਚ ਸਰਵਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ, ਲੇਖੇ ਵਿੱਚ ਲਾ ਰਹੇ ਹੋ, ਕੀਮਤੀ ਬਣਾ ਰਹੇ ਹੋ। ਸੋ ਆਓ ਥੋੜ੍ਹਾ ਜਿਹਾ ਸਮਾਂ ਆਪਣੇ ਕੋਲ ਹੋਰ ਹੈ, ਜਿਤਨੀਆਂ ਵੀ ਗੁਰਸਿੱਖ ਸੰਗਤਾਂ ਪਰਿਵਾਰ ਦੀ ਬੇਨਤੀ ਪ੍ਰਵਾਨ ਕਰਦਿਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੁਸ਼ੋਭਿਤ ਹੋਏ ਹੋ। ਸੋ ਬੇਨਤੀ ਹੈ ਜਿਤਨਾ ਸਮਾਂ ਵੀ ਗੁਰਬਾਣੀ ਦੀ ਵਿਚਾਰ ਹੋਵੇ, ਸਾਨੂੰ ਹੁਕਮ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਜਿੱਥੇ ਆਪਾਂ ਦੁਨਿਆਵੀ ਕੰਮ ਕਰਨ ਵਾਸਤੇ ਇਕਾਗਰ ਹੁੰਦੇ ਹਾਂ, ਧਿਆਨ ਟਿਕਾ ਕੇ ਕੰਮ ਕਰਦੇ ਹਾਂ, ਉੱਥੇ ਜਿਹੜਾ ਸਤਸੰਗੀ ਰੂਪੀ ਕਾਰਜ ਹੈ ਨਾ, ਇਹ ਵੀ ਜੇ ਧਿਆਨ ਟਿਕਿਆ ਹੋਵੇ ਤਾਂ ਹੀ ਇਹਦਾ ਪੂਰਾ ਲਾਭ ਹੈ, ਇਹਦਾ ਮਹਾਤਮ ਹੈ। ਤੋ ਇਸ ਕਰਕੇ ਸੰਗਤ ਨੂੰ ਬੇਨਤੀ ਹੈ, ਜਿਹੜੀ ਸੰਗਤ ਆ ਰਹੀ ਹੈ, ਸੋ ਚਾਹ ਪਾਣੀ ਦਾ ਲੰਗਰ ਪਰਿਵਾਰ ਵੱਲੋਂ ਲਾਇਆ ਗਿਆ। ਪਹਿਲਾਂ ਸਾਰੇ ਚਾਹ ਪਾਣੀ ਛਕ ਕੇ ਫਿਰ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਆਪਣੀ ਆਪਣੀ ਜਗ੍ਹਾ 'ਤੇ ਬੈਠ ਕੇ ਗੁਰਬਾਣੀ ਦੇ ਕੀਰਤਨ ਦੇ ਨਾਲ ਜੁੜੀਏ। ਸੌ ਕਿਰਪਾ ਕੀਤੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰਮੁਖ ਪਰਿਵਾਰ ਵੱਲੋਂ ਆਪਣੀ ਸਪੁੱਤਰੀ ਦੇ ਆਨੰਦ ਕਾਰਜਾਂ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬ ਦੇ ਚਰਨਾਂ ਦਾ ਓਟ ਅਤੇ ਆਸਰਾ ਲਿਆ ਗਿਆ ਹੈ। ਕਿਉਂਕਿ ਸਿੱਖ ਜਦੋਂ ਕੋਈ ਵੀ ਕਾਰਜ ਕਰਦਾ ਹੈ, ਉਦੋਂ ਆਪਣੀ ਅਰਜ਼ੋਈ, ਆਪਣੀ ਬੇਨਤੀ, ਅਰਦਾਸ, ਪ੍ਰਾਰਥਨਾ ਆਪਣੇ ਗੁਰੂ ਅੱਗੇ ਕਰਦਾ ਹੈ। ਆਪਾਂ ਨੂੰ ਸਾਰਿਆਂ ਨੂੰ ਹੁਕਮ ਵੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਿ ਸਿੱਖ ਨੇ ਜਦੋਂ ਵੀ ਕੋਈ ਕਾਰਜ ਕਰਨਾ ਹੈ, ਪਹਿਲਾਂ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਨੀ ਹੈ, ਬੇਨਤੀ ਕਰਨੀ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਸਾਨੂੰ ਅਰਦਾਸ ਕਰਨ ਦਾ ਗੁਰੂ ਸਾਹਿਬ ਦਾ ਹੁਕਮ ਹੈ। ਜਿਸ ਅੱਗੇ ਜੋਰ ਨਾ ਚੱਲੇ ਖੜੈ ਕੀਚੈ ਅਰਦਾਸ। ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੈ ਤਾਂ ਨਿਰਾਸ। ਕਾਰਜ ਕੋਈ ਵੀ ਹੋਵੇ, ਸਾਧ ਸੰਗ ਗੁਰੂ ਦੇ ਚਰਨਾਂ ਦਾ ਓਟ ਅਤੇ ਆਸਰਾ ਲੈਣਾ ਸਿੱਖ ਨੇ। ਜਦੋਂ ਸਿੱਖ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਲੈਂਦਾ ਨਾ, ਫਿਰ ਗੁਰੂ ਮਹਾਰਾਜ ਜੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਆ, ਕਹਿੰਦੇ ਜਿਹੜੇ ਨਾਮ ਦਾ ਆਸਰਾ ਲੈਂਦੇ ਨੇ ਨਾ, ਉਹਨਾਂ ਦੇ ਕਾਰਜ ਗੁਰੂ ਫਿਰ ਅੰਗ ਸੰਗ ਹੋ ਕੇ ਇਸ ਤਰ੍ਹਾਂ ਸਹਾਇਤਾ ਕਰਦਾ, ਜਿਵੇਂ ਜਾਪ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਬਚਨ ਕੀਤਾ ਹੈ, ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਪੂ। ਫਿਰ ਗੁਰੂ ਕਹਿੰਦੇ ਇਸ ਤਰ੍ਹਾਂ ਖੜ ਜਾਂਦਾ ਹੈ ਜਿਵੇਂ ਬਾਣੀ ਦੇ ਬਚਨ ਨੇ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ,
ਮੱਝਣ ਗੁਰਿਆਂਦਾ ਰਾਸੇ, ਜਪ ਹਰ ਹਰ ਕਿਲ ਵਿਖ ਨਾਸੇ। ਕਹਿੰਦੇ ਗੁਰੂ ਦੇ ਜਦੋਂ ਓਟ ਆਸਰਾ ਚਰਨਾਂ ਦਾ ਲਿਆ ਜਾਂਦਾ ਨਾ ਸਿੱਖ ਵੱਲੋਂ, ਫਿਰ ਗੁਰੂ ਦੀ ਤਾਕਤ ਹੈ ਕਿ ਗੁਰੂ ਉਹ ਕਾਰਜਾਂ ਦੇ ਵਿੱਚ ਕੋਈ ਵੀ ਵਿਘਨ ਨਹੀਂ ਪੈਣ ਦਿੰਦਾ। ਸੋ ਇਸ ਕਰਕੇ ਆਪਾਂ ਟੇਕ ਜਿਹੜੀ ਹੈ ਨਾ ਉਹ ਸ਼ਬਦ ਦੀ ਰੱਖਣੀ ਹੈ। ਭਾਵ ਕਿ ਆਪਣਾ ਗੁਰੂ ਹੈ ਨਾ ਜਿਹੜਾ, ਉਹ ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੋਰਾਨੰਗ। ਆਪਣਾ ਗੁਰੂ ਹੈ ਸ਼ਬਦ, ਇਹਦੇ ਵਿੱਚ ਕੋਈ ਸੰਸ਼ੇ ਵਾਲੀ ਗੱਲ ਨਹੀਂ। ਜਿਹੜਾ ਮੈਂ ਬੋਲ ਰਿਹਾ ਇਹ ਵੀ ਸ਼ਬਦ ਹੀ ਬੋਲ ਰਿਹਾ। ਸ਼ਬਦ ਗੁਰੂ ਇੰਨਾ ਸਮਰੱਥ ਹੈ, ਗੁਰੂ ਸਾਹਿਬ ਨੇ ਪਹਿਲਾਂ ਹੀ ਬਚਨ ਕਰਤਾ ਸੀਗਾ ਕਿ ਭਾਈ ਸ਼ਬਦ ਜਿਹੜਾ ਕਦੇ ਵਿਨਾਸ਼ ਨਹੀਂ ਹੋਏਗਾ, ਕਦੇ ਨਾਸ਼ ਨਹੀਂ ਹੋਏਗਾ। ਪਹਿਲਾਂ ਵੀ ਸੀਗਾ ਸ਼ਬਦ, ਹੁਣ ਵੀ ਸ਼ਬਦ ਹੈ। ਤੋ ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਦੀ ਤਾਕਤ ਬਖਸ਼ੀ ਹੈ, ਦਾਤ ਬਖਸ਼ੀ ਹੈ ਗੁਰੂ ਘਰ ਦੇ ਵਿੱਚੋਂ। ਤੋਂ ਬਾਣੀ ਦੇ ਵਿੱਚ ਮਹਾਰਾਜ ਦੇ ਅਨੇਕਾਂ ਪ੍ਰਮਾਣ ਨੇ। ਇਸ ਸਾਹਿਬ ਕੀ ਟੇਕ, ਕਹਿੰਦੇ ਜਿਹੜੇ ਸਾਹਿਬ ਦੀ ਟੇਕ ਰੱਖ ਲੈਂਦੇ ਆ ਨਾ, ਭਾਵ ਹੈ ਓਟ ਆਸਰਾ ਤੱਕ ਲੈਣਾ ਗੁਰੂ ਦਾ। ਇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ। ਆਪਣੇ ਮਨ ਦੇ ਵਿੱਚ ਆਪਣੇ ਗੁਰੂ ਪ੍ਰਤੀ ਟੇਕ ਰੱਖਣੀ, ਭਾਵਨਾ ਰੱਖਣੀ, ਸ਼ਰਧਾ ਰੱਖਣੀ। ਇਸ ਸਾਹਿਬ ਕੀ ਟੇਕ ਕਿੱਥੇ ਰੱਖਣੀ ਹੈ? ਨਾਨਕ ਮੰਨੈ ਮਾਹੇ। ਫਿਰ ਗੁਰੂ ਕੀ ਕਰੇਗਾ? ਜੇ ਟੇਕ ਰੱਖਾਂਗੇ, ਸ਼ਰਧਾ ਰੱਖਾਂਗੇ। ਸਤਿਗੁਰੂ ਮਹਾਰਾਜ ਰਹਿਰਾਸ ਸਾਹਿਬ ਦੇ ਪਾਠ ਦਾ ਬਚਨ ਹੈ, ਇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਕਹਿੰਦੇ ਉਹਦਾ ਸਿਮਰਨ ਕਰਿਆ ਕਰ, ਸਿਮਰ 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 ਸੁਖ ਪਾਵੋ, ਕਲ ਕਲੇਸ਼ ਤਨ ਮਾਹਿ। ਸੁਖਮਨੀ ਸਾਹਿਬ ਦਾ ਪਾਠ ਭਾਈ ਸਾਹਿਬ ਨੇ ਸਰਵਣ ਕਰਾਇਆ ਤੁਹਾਨੂੰ। ਕਹਿੰਦੇ ਭਾਈ ਸਿਮਰਨ ਕਰ, ਪਰਮੇਸ਼ਰ ਦੀ ਬੰਦਗੀ ਕਰ। ਪਰਮੇਸ਼ਰ ਇੰਨਾ ਸਮਰੱਥ ਹੈ, ਜੇ ਸਿਮਰਤ ਸੁਖ ਹੋਏ, ਕਹਿੰਦੇ ਜਿਹਦੇ ਸਿਮਰਨ ਕਰ ਕਰਕੇ ਕਰਨ ਕਰਕੇ ਕਹਿੰਦੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਕਹਿੰਦੇ ਜਿਨੇ ਵੀ ਦੁੱਖ ਨੇ ਨਾ, ਕਿਉਂਕਿ ਦੁੱਖ ਬਹੁਤ ਨੇ ਸੰਸਾਰ ਦੇ ਵਿੱਚ, ਕਈ ਦਿਖਦੇ ਆ ਸਾਧ ਸੰਗਤ, ਕਈ ਦਿਖਦੇ ਨਹੀਂ ਹੈ। ਦਿਖਦੇ ਉਹ ਨੇ ਜਿਹੜੇ ਆਪਾਂ ਬਾਹਰੋਂ ਲੱਗਦਾ ਕੋਈ ਕਿਸੇ ਨੂੰ ਤਕਲੀਫ ਹੈ ਉਹ ਬੋਲ ਕੇ ਦੱਸ ਦਿੰਦਾ, ਪਰ ਇੱਕ ਉਹ ਨੇ ਜਿਹੜੇ ਅੰਤਰੀਵ ਕਰਕੇ ਚਿੰਤਾਂਤਰ ਰਹਿੰਦੇ ਨੇ, ਦੁਖੀ ਰਹਿੰਦੇ ਆ ਅੰਦਰੋਂ ਅੰਦਰ ਹੀ। ਸਾਧ ਸੰਗਤ ਜਿਹੜੇ ਸੋਚਦੇ ਰਹਿੰਦੇ ਆ, ਚਿੰਤਾਂਤਰ ਰਹਿੰਦੇ ਆ, ਉਹ ਵੀ ਦੁਖੀ ਰਹਿੰਦੇ। ਕੋਈ ਤਨ ਰੋਗੀ, ਕੋਈ ਮਨ ਰੋਗੀ, ਕੋਈ ਚਿੰਤਾ ਚਿੰਤ ਉਦਾਸ, ਥੋੜੇ ਥੋੜੇ ਸਭ ਦੁਖੀ। ਸੁਖੀ ਹਰੀ ਕਾ ਦਾਸ। ਸੁਖੀ ਪਰਮੇਸ਼ਰ ਦੇ ਸਿਮਰਨ ਕਰਨ ਵਾਲੇ, ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੀਆਂ ਰੂਹਾਂ ਸੁਖੀ ਨੇ। ਤੋ ਇਸ ਕਰਕੇ ਸਾਧ ਸੰਗਤ ਜੀ, ਗੁਰੂ ਮਹਾਰਾਜ ਨੇ ਸਾਨੂੰ ਸ਼ਬਦ ਦੀ ਟੇਕ ਬਖਸ਼ੀ ਹੈ ਕਿ ਸ਼ਬਦ ਦਾ ਧਿਆਨ ਧਰੀਏ, ਸਿਮਰਨ ਕਰੀਏ ਪਰਮੇਸ਼ਰ ਦਾ। ਤੇ ਬਚਨ ਕਰਦੇ ਆ ਮਹਾਰਾਜ ਕਹਿੰਦੇ ਜਿਨ ਜਿਨ ਨਾਮ ਧਿਆਇਆ। ਕਹਿੰਦੇ ਮਹਾਰਾਜ ਤੇਰਾ ਨਾਮ ਜਿੰਨੇ ਵੀ ਧਿਆਇਆ, ਜਿੰਨੇ ਵੀ ਜਪਿਆ, ਜਦੋਂ ਵੀ ਜਪਿਆ, ਜਿੱਥੇ ਵੀ ਜਪਿਆ, ਤੂੰ ਉੱਥੇ ਉੱਥੇ ਪਹੁੰਚ ਕੇ ਉਹਨਾਂ ਦੀ ਸਹਾਇਤਾ ਕੀਤੀ ਹੈ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਕਹਿੰਦੇ ਉਹਨਾਂ ਦੇ ਕਾਜ ਜਿਹੜੇ ਨੇ ਗੁਰੂ ਨੇ ਸਵਾਰੇ ਨੇ, ਤੇ ਸਵਾਰ ਰਿਹਾ ਔਰ ਸਵਾਰਦਾ ਰਹੇਗਾ। ਕਿਹਨਾਂ ਦੇ? ਜਿਨ੍ਹਾਂ ਨੇ ਨਾਮ ਦਾ ਆਸਰਾ ਲਿਆ, ਬਾਣੀ ਦਾ ਆਸਰਾ ਲਿਆ, ਸ਼ਬਦ ਦਾ ਆਸਰਾ ਲਿਆ। ਜਿਵੇਂ ਆਪਾਂ ਬਹੁਤ ਵੱਡੇ ਦਰਿਆ ਨੂੰ ਪਾਰ ਕਰਨਾ ਹੋਵੇ ਨਾ ਜਦੋਂ, ਤੇ ਕਿਨਾਰੇ ਦੇ ਖੜੇ ਆਪਾਂ ਸੋਚੀ ਜਾਵਾਂਗੇ ਵੀ ਇਹਨੂੰ ਪਾਰ ਕਿਵੇਂ ਕਰਨਾ। ਹੁਣ ਬੰਦਾ ਉਹਦੇ ਵਿੱਚ, ਹਰ ਕੋਈ ਬੰਦਾ ਤੇ ਤਰਨਾ ਨਹੀਂ ਨਾ ਜਾਣਦਾ, ਤੇ ਉੱਥੇ ਫਿਰ ਕਿਹੜੀ ਚੀਜ਼ ਦੀ ਲੋੜ ਪੈਂਦੀ ਹੈ? ਜਹਾਜ਼ਾਂ ਦੀ, ਕਿਸ਼ਤੀਆਂ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਨੇ ਸਾਡੇ ਉੱਤੇ ਬੜੀ ਕਿਰਪਾ ਕੀਤੀ ਹੈ। ਤਰਸ ਪਿਆ ਮਿਹ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰੇ।
ਇਹ ਗੁਰੂ ਸਾਹਿਬ ਜੀ ਦਾ ਤਰਸ ਹੈ ਸਾਡੇ ਉੱਤੇ, ਜਿਹੜਾ ਸਾਨੂੰ ਸ਼ਬਦ ਦਾ ਗਿਆਨ ਕਰਾਇਆ ਮਹਾਰਾਜ। ਜਿਵੇਂ ਸਮੁੰਦਰ ਦੇ ਵਿੱਚੋਂ ਪਾਰ ਲੰਘਣ ਵਾਸਤੇ ਵੱਡੇ ਵੱਡੇ ਜਹਾਜ਼ ਚੱਲਦੇ ਆ ਸਮੁੰਦਰਾਂ 'ਚ, ਕਿਸ਼ਤੀਆਂ ਚੱਲਦੀਆਂ ਵੱਡੀਆਂ ਵੱਡੀਆਂ। ਸਾਧ ਸੰਗਤ ਜੀ, ਇੱਧਰੋਂ ਹਜ਼ਾਰਾਂ ਹੀ ਲੋਕ ਉਹਦੀ ਸਵਾਰੀ ਕਰਕੇ ਸਮੁੰਦਰ ਪਾਰ ਕਰਕੇ ਪਰਲੇ ਕਿਨਾਰੇ ਜਾ ਲੱਗਦੇ ਆ, ਪਰ ਸੰਗਤ ਵਿਚਾਲੇ ਕੀ ਹੈ? ਕਿਸ਼ਤੀ ਹੈ ਜਾਂ ਜਹਾਜ਼ ਨੇ। ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ, ਜੇ ਤੂੰ ਇਹ ਸੰਸਾਰ ਦੇ ਵਿੱਚੋਂ ਤਰਨਾ ਚਾਹੁੰਦਾ, ਭਲਾ ਚਾਹੁੰਦਾ ਆਪਣੀ ਆਤਮਾ ਦਾ, ਤਾਂ ਮਹਾਰਾਜ ਜੀ ਕਹਿੰਦੇ ਸ਼ਬਦ ਦੇ ਲੜ ਲੱਗ ਜਾ। ਧਰ ਜੀ ਅਰੇ ਇੱਕ ਟੇਕ ਤੂੰ, ਇੱਕ ਟੇਕ ਧਰ ਲੈ ਮਨ ਦੇ ਵਿੱਚ। ਧਰ ਜੀ ਅਰੇ ਇੱਕ ਟੇਕ ਤੂੰ, ਲਾਹੇ ਬਡਾਨੀ ਆਸ। ਕਹਿੰਦੇ ਹੋਰ ਸਾਰੀਆਂ ਆਸਾਂ ਜਿਹੜੀਆਂ ਨੇ ਮਨ ਦੇ ਵਿੱਚ ਤੇਰੇ ਫੁਰਨੇ ਨੇ ਨਾ, ਉਹਨਾਂ ਨੂੰ ਪਰੇ ਰੱਖ ਕੇ ਇੱਕ ਗੁਰੂ ਦੇ ਚਰਨਾਂ ਦਾ ਓਟ ਆਸਰਾ ਤੱਕ ਲੈ। ਧਰ ਜੀ ਅਰੇ ਇੱਕ, ਇੱਥੇ ਵਿਸ਼ਰਾਮ ਹੈ। ਧਰ ਜੀ ਅਰੇ ਇੱਕ ਟੇਕ ਤੂੰ। ਗੁਰੂ ਮਹਾਰਾਜ ਜੀ ਕਹਿੰਦੇ, ਜੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਏਗਾ, ਗੁਰੂ ਕਾਰਨ ਕਰਾਵਨ ਹਾਰ ਸਮਰੱਥ ਹੈ। ਉਹ ਇਸ ਕਰਕੇ ਸਾਧ ਸੰਗਤ ਜੀ, ਜਿਵੇਂ ਜਹਾਜ਼ ਦੀ ਲੋੜ ਪੈਂਦੀ ਨਾ ਸਮੁੰਦਰ ਵਿੱਚ, ਇਸੇ ਤਰ੍ਹਾਂ ਆਪਾਂ ਨੂੰ ਵੀ ਸ਼ਬਦ ਦੀ ਲੋੜ ਹੈ, ਸ਼ਬਦ ਦੇ ਲੜ ਲੱਗਣ ਦੀ। ਮਹਾਰਾਜ ਜੀ ਨੇ ਤਾਂ ਹੀ ਜ਼ਿਕਰ ਕੀਤਾ ਨਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ, ਗੁਰੂ ਪਾਰ ਉਤਾਰਨ। ਜਹਾਜ਼ ਨੂੰ ਦੇਖ ਲਓ, ਕਿਸੇ ਗੱਲ ਦਾ ਕੋਈ ਡਰ ਨਹੀਂ। ਜਿੰਨੇ ਲੋਕ ਸਵਾਰ ਹੁੰਦੇ ਆ, ਉਹਨਾਂ ਨੂੰ ਇੱਥੋਂ ਚੱਕ ਕੇ ਵਿਦੇਸ਼ ਪਹੁੰਚਾ ਦਿੰਦਾ। ਇਸੇ ਤਰ੍ਹਾਂ ਹੀ ਕਹਿੰਦੇ ਸ਼ਬਦ ਵਿੱਚ ਇਹ ਤਾਕਤ ਹੈ, ਤੇਰੇ ਹੀ ਜੀਵ ਰੂਪੀ ਆਤਮਾ ਦਾ ਭਲਾ ਕਰ ਦੇਵੇਗਾ ਸ਼ਬਦ, ਜੇ ਤੂੰ ਸ਼ਬਦ ਦੇ ਲੜ ਲੱਗ ਜਾਏਗਾ। ਤੋ ਇਸ ਕਰਕੇ ਸਾਧ ਸੰਗਤ ਜੀ, ਬੜਾ ਜ਼ਰੂਰੀ ਹੈ ਕਿ ਆਪਾਂ ਸ਼ਬਦ ਦੇ ਲੜ ਲੱਗੀਏ। ਜਿਵੇਂ ਗੁਰਮੁਖ ਪਿਆਰਿਆਂ ਨੇ ਗੁਰੂ ਦੇ ਚਰਨਾਂ ਦਾ ਸ਼ਬਦ ਦਾ ਆਸਰਾ ਲਿਆ ਹੈ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤੇ ਗੁਰੂ ਸਾਹਿਬ ਜੀ ਦਾ ਸਾਨੂੰ ਉਪਦੇਸ਼ ਕੀ ਹੈ? ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਇਹ ਗੁਰੂ ਦਾ ਉਪਦੇਸ਼ ਹੈ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ। ਜੇ ਆਪਾਂ ਇਹ ਤੋਂ ਤਿੜਕਦੇ ਹਾਂ, ਫਿਰ ਮਹਾਰਾਜ ਜੀ ਕਹਿੰਦੇ ਸਤਿਗੁਰੂ ਬਿਨਾ ਹੋਰ ਕੱਚੀ ਹੈ। ਜੇ ਕਹਿੰਦੇ ਕੋਈ ਇਹਦਾ ਅਰਥ ਗਲਤ ਕਰਕੇ ਤੇ ਦੂਜੇ ਪਾਸੇ ਲਾਂਦਾ, ਮਹਾਰਾਜ ਜੀ ਕਹਿੰਦੇ ਕੱਚੀ। ਜਿਹੜੀ ਗੁਰੂ ਤੋਂ ਬਿਨਾ ਕੋਈ ਵੀ ਜਿਹੜੀ ਭਾਵ ਅਰਥ ਹੁੰਦਾ ਹੈ, ਕਹਿੰਦੇ ਉਹ ਗੁਰੂ ਤੋਂ ਤੋੜਨ ਵਾਲਾ, ਤਾਂ ਕਹਿੰਦੇ ਉਹ ਕੱਚੀ ਬਾਣੀ ਨਾਲ ਨਹੀਂ ਜੁੜਨਾ, ਪੱਕੇ ਗੁਰੂ ਸ਼ਬਦ ਦੇ ਨਾਲ ਜੁੜਨਾ। ਸੋ ਇਸ ਕਰਕੇ ਆਪਾਂ ਸ਼ਬਦ ਦੇ ਨਾਲ ਜਦੋਂ ਜੁੜ ਜਾਵਾਂਗੇ, ਫਿਰ ਆਪਣੇ ਦੋਵੇਂ ਕਾਰਜ ਹੋ ਜਾਣਗੇ। ਕਿਹੜੇ ਦੋ ਕਾਰਜ ਨੇ? ਇੱਕ ਤਾਂ ਦੁਨਿਆਵੀ ਕਾਰਜ ਹੈ ਜਿਹੜਾ ਆਪਾਂ ਕਰਦੇ ਹਾਂ, ਇੱਕ ਜੀਵ ਦਾ ਕਾਰਜ ਹੈ ਪਰਮੇਸ਼ਰ ਨੂੰ ਮਿਲਣਾ। ਇੱਕ ਤਾਂ ਕਾਰਜ ਜਿਹੜਾ ਗੁਰਮੁਖ ਪਿਆਰਿਆਂ ਨੇ ਰਚਿਆ ਹੋਇਆ ਵਿਆਹ ਕਾਰਜ ਦਾ, ਇੱਕ ਇਹ ਜੀਵ ਨੇ ਪਰਮੇਸ਼ਰ ਦੇ ਨਾਲ ਸਾਧ ਸੰਗਤ ਜੀ ਮਿਲਣਾ ਹੈ। ਬਹੁਤ ਵੱਡਾ ਕਾਰਜ ਹੈ, ਉਹ ਬਹੁਤ ਜ਼ਰੂਰੀ ਹੈ। ਉਹਦੇ ਵਾਸਤੇ ਬੰਦਗੀ ਕਰਨੀ, ਸਿਮਰਨ ਕਰਨਾ। ਤੋ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਭਾਈ ਉਹ ਕਾਰਜ ਕਰਨਾ ਬੜਾ ਜ਼ਰੂਰੀ ਹੈ। ਤੋ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਭਾਈ ਜਿਹੜੇ ਸ਼ਬਦ ਦਾ ਓਟ ਆਸਰਾ ਲੈ ਲੈਂਦੇ ਆ, ਗੁਰੂ ਉਹਨੂੰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਕਰ ਦਿੰਦਾ ਹੈ। ਲੋਕਾਂ ਦੇ ਵਿੱਚ ਵੀ ਸੋਭਾ ਹੁੰਦੀ ਉਹਦੀ। ਕਿਵੇਂ? ਸੱਚਾ ਮਾਰਗ ਚੱਲਦਿਆਂ ਉਸਤਤ ਕਰੇ, ਉਹਨਾਂ ਦੀ ਦੁਨੀਆ ਵੀ ਉਸਤਤ ਕਰਦੀ ਹੈ। ਭਲਾ ਪੁਰਸ਼ ਹੈ, ਇਹ ਗੁਰੂ ਘਰ ਜਾਂਦਾ ਸਵੇਰੇ ਉੱਠ ਕੇ, ਇਹ ਸ਼ਾਮ ਨੂੰ ਵੀ ਜਾਂਦਾ ਗੁਰੂ ਘਰੇ। ਇਹ ਜਿਹੜਾ ਇਹ ਭਲੇ ਕਰਮ ਕਰਦਾ ਰਹਿੰਦਾ। ਭਲੇ ਪੁਰਸ਼ਾਂ ਦੇ ਜਿਹੜੇ ਗੁਣ ਨੇ ਸਾਧ ਸੰਗਤ ਜੀ, ਉਹਨਾਂ ਨੂੰ ਨਮਸਕਾਰਾਂ ਹੁੰਦੀਆਂ। ਤਾਂ ਇਸ ਕਰਕੇ ਵੀ ਸਾਡਾ ਗੁਰੂ ਸਾਨੂੰ ਸਿਖਾਉਂਦਾ ਹੈ ਧੀਰਜ, ਦਇਆ। ਜਿੰਨੇ ਵੀ ਦੈਵੀ ਗੁਣ ਨੇ ਗੁਰੂ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦੇ ਨੇ, ਸਿੱਖ ਨੂੰ ਮਿਲਦੇ ਆ। ਤਾਂ ਹੀ ਤਾਂ ਆਸਾ ਦੀ ਵਾਰ ਵਿੱਚ ਮਹਾਰਾਜ ਨੇ ਬਚਨ ਕਰਿਆ ਨਾ, ਸਿੱਖੀ ਸਿੱਖਿਆ ਗੁਰ ਵਿਚਾਰ, ਕਿ ਸਿੱਖ ਦਾ ਜਿਹੜਾ ਜੀਵਨ ਹੈ ਨਾ, ਸਾਰਾ ਸਿੱਖਿਆ ਰੂਪ ਹੈ। ਉਹ ਸਿੱਖਣ ਵਾਸਤੇ ਆਇਆ, ਸਿੱਖ ਰਿਹਾ, ਸਿੱਖਦਾ ਹੀ ਸੰਸਾਰ ਤੋਂ ਜਾਣਾ। ਤੋ ਇਸ ਕਰਕੇ ਲੋੜ ਹੈ ਸਾਧ ਸੰਗਤ ਜੀ ਸਾਨੂੰ ਗੁਰੂ ਦੇ ਚਰਨਾਂ ਦੇ ਨਾਲ ਜੁੜਨ ਦੀ। ਫਿਰ ਗੁਰੂ ਜਿਹੜਾ ਏ ਉਹ ਦੋਵੇਂ ਜਹਾਨੀ ਸਿੱਖ ਦਾ ਸਾਧ ਸੰਗਤ ਜੀ ਮਿਹਰ ਭਰਿਆ ਹੱਥ ਰੱਖ ਕੇ ਗੁਰੂ ਉਹਦੇ ਕਾਰਜਾਂ ਨੂੰ ਸੰਪੂਰਨ ਕਰਾਉਂਦਾ, ਚੜ੍ਹਦੀ ਕਲਾ ਬਖਸ਼ਦਾ, ਨੇਪਰੇ ਚਾੜਦਾ। ਸੋ ਇਸ ਕਰਕੇ ਆਪਾਂ ਸ਼ਬਦ ਦੇ ਲੜ ਲੱਗੀਏ।
बहुत वड्डी ताकत है जिन्हां ने शब्द का आसरा लिया, सत संगत की, सेवा की, सिमरन की। गुरु ने उन्हों की हेठी नहीं होण दित्ती, उन्हों की जय जयकार कराई है इत्थे भी परलोक भी। बाणी का वचन है, महाराज जी कहते जयकार कियो धर्मिया का, पापी को दंड दियो रे। कहते जिहड़े धर्म ते चलते हैं, धर्म कर्म दे विच पूरे रहिंदे, उन्हां दे गुरु जय जयकार कराउंदा। जिवें गुरु अर्जन देव जी महाराज जी ने अपने 2 सिख भेजे प्रचार करने वास्ते, सिक्खी का प्रचार ते प्रसार करो जाके। एक नूं भेजिया कि तुसीं कश्मीर विच जाओ, भाई माधो दास नूं बचन किया, भाई माधो दास जी तुसीं कश्मीर विच जाके सिक्खी का प्रचार करना है। धर्मशाला हुंदियां सीगियां, धर्मशाला दे विच निवास करना है, सवेरे शाम कीर्तन करना है, संगत नूं गुरु दे नाल जोड़ना है, गुरु दे उपदेश दे नाल जोड़ना है। भाई गुरदास नूं भेजिया सीगा दूजे पासे, तो साध संगत दोनों प्रचार कर रहे हैं। भाई माधो दास कश्मीर दे विच रोज़ सवेरे भी अमृत वेले भी कीर्तन हुंदा है, शाम नूं भी कीर्तन हुंदा है, अनेकां ही संगतां जुड़दियां ने कीर्तन विच। भाई माधो दास संगतां नूं सिमरन करांदे ने, नाले गुरु दे चरनां विच शब्द पढ़दे। आओ सारे शब्द पढ़िए। सबे इच्छा हुण तेरियां पूरियां, जप के परमात्मा सबे इच्छा तेरियां पूरियां, जप के परमात्मा वाहेगुरु। के वाहिगुरु सतनाम जी, जप के वाहिगुरु। सतनाम जी, जप के वाहिगुरु सतनाम जी, जप के वाहिगुरु। सतनाम जप के वाहिगुरु।
ਭਾਈ ਮਾਧੋ ਦਾਸ ਇਹ ਸ਼ਬਦ ਪੜ੍ਹਦੇ ਆ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਜਿੰਨੀਆਂ ਵੀ ਸਾਧ ਸੰਗਤ ਜੀ ਆਪਾਂ ਮਨ ਦੇ ਵਿੱਚ ਇੱਛਾ ਰੱਖਦੇ ਆ ਨਾ, ਪਰਮਾਤਮਾ ਸਾਰੀਆਂ ਪੂਰੀਆਂ ਕਰਨ ਦੀ ਸਮਰੱਥਾ ਰੱਖਦਾ, ਕਿਉਂਕਿ ਉਹ ਸਾਰਿਆਂ ਨੂੰ ਦਾਤਾਂ ਦੇ ਰਿਹਾ ਹੈ ਨਾ ਪਰਮੇਸ਼ਰ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਉਹ ਸਾਰੀਆਂ ਆਪਣੀਆਂ ਇੱਛਾ ਭਾਵਨਾਵਾਂ ਜਾਣਦਾ। ਆਪਾਂ ਕੀ ਭਾਵਨਾ ਲੈ ਕੇ ਆਏ ਹਾਂ ਗੁਰੂ ਦੇ ਚਰਨਾਂ ਵਿੱਚ, ਤਾਂ ਹੀ ਤਾਂ ਪੂਰੀਆਂ ਹੁੰਦੀਆਂ। ਤੋ ਭਾਈ ਮਾਧੋ ਦਾਸ ਜੀ ਗੁਰਸਿੱਖ ਸੰਗਤਾਂ ਨੂੰ ਬਚਨ ਕਰਦੇ ਆ, ਕਹਿੰਦੇ ਭਾਈ ਗੁਰੂ ਬਹੁਤ ਸਮਰੱਥ ਹੈ, ਇੱਛਾ ਪੂਰਕ ਹੈ ਗੁਰੂ। ਜਿਹੜਾ ਜੋ ਵੀ ਇੱਛਾ ਆਪਾਂ ਗੁਰੂ ਦੇ ਚਰਨਾਂ ਵਿੱਚ ਜ਼ਾਹਰ ਕਰਦੇ ਹਾਂ, ਗੁਰੂ ਪੂਰੀ ਕਰਨ ਦੀ ਤਾਕਤ ਰੱਖਦਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਕਹਿੰਦੇ ਉਹਦੇ ਵਸ ਦੇ ਵਿੱਚ ਕਾਮ ਧੇਨ ਇੱਕ ਗਊ ਹੈ ਇੰਦਰਪੁਰੀ ਦੇ ਵਿੱਚ। ਐਸੀ ਗਊ ਹੈ ਕਹਿੰਦੇ ਜਿਹਦੇ ਕੋਲ ਕੋਈ ਇੱਛਾ ਬਹਿ ਕੇ ਕੋਈ ਵੀ ਇੱਛਾ ਕਰ ਲਵੇ, ਉਹਦੀ ਇੱਛਾ ਪੂਰੀ ਹੋ ਜਾਂਦੀ ਹੈ। ਪਰ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਇਹ ਕਾਮ ਧੇਨ ਗਊ ਹੈ। ਜਿਹੜਾ ਵੀ ਜਪਦਾ ਉਹਦੀਆਂ ਇੱਛਾ ਸੁਤੇ ਸਿੱਧ ਪੂਰੀਆਂ ਹੁੰਦੀਆਂ ਨੇ, ਬਿਨਾਂ ਕਹੇ ਤੋਂ ਪੂਰੀਆਂ ਹੁੰਦੀਆਂ ਨੇ। ਬਸ ਉਹ ਪੂਰਨਾ ਕਰਨ ਦੀ ਦੇਰ ਹੈ ਉਹਦੀ। ਕਿਉਂਕਿ ਸਾਧ ਸੰਗਤ ਜੀ ਮਹਾਰਾਜ ਨੇ ਬਹੁਤ ਜਗ੍ਹਾ ਤੇ ਗੁਰਬਾਣੀ ਵਿੱਚ ਬਚਨ ਕੀਤਾ, ਕਹਿੰਦੇ ਆਪਾਂ ਤਾਂ ਨਾਮ ਜਪਦੇ ਨਹੀਂ ਨਾ। ਕਹਿੰਦੇ ਤੂੰ ਨਾਮ ਜਪ ਕੇ ਦੇਖ ਲੈ, ਰਿੱਧੀਆਂ ਸਿੱਧੀਆਂ ਤੇਰਾ ਪਾਣੀ ਭਰਨਗੀਆਂ, ਪਰ ਸਿਮਰਨ ਕਰਨ ਵਾਲੇ ਦੀਆਂ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਕਹਿੰਦੇ ਪ੍ਰਮਾਤਮਾ ਦੇ ਸਿਮਰਨ ਕਰਨ ਵਾਲੇ ਨੂੰ ਰਿੱਧੀਆਂ ਨੌ ਨਿੱਧੀਆਂ 18 ਸਿੱਧੀਆਂ, ਇਹ ਕਹਿੰਦੇ ਉਹਦੇ ਹੁਕਮ ਦੇ ਵਿੱਚ ਖੜ ਜਾਂਦੀਆਂ ਆ ਕੇ ਸਿਮਰਨ ਕਰਨ ਵਾਲੇ ਦੇ। ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਪਰ ਖੜਦੀਆਂ ਸਿਮਰਨ ਕਰਨ ਵਾਲੇ ਦੇ ਹੁਕਮ ਦੇ ਵਿੱਚ। ਭਾਈ ਮਾਧੋ ਦਾਸ ਕਹਿੰਦੇ ਪਰਮੇਸ਼ਰ ਦੇ ਚਰਨਾਂ ਵਿੱਚ ਜੋ ਵੀ ਇੱਛਾ ਕੋਈ ਲੈ ਕੇ ਆਂਦਾ, ਪਰਮਾਤਮਾ ਪੂਰੀ ਕਰਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਬਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਆ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵ ਹੈ। ਕਹਿੰਦੇ ਤੂੰ ਰੱਬ ਨੂੰ ਕਿਉਂ ਕਹਿੰਦੇ ਪਿੱਠ ਦੇਈ ਬੈਠਾ, ਕਿਉਂ ਵਿਸਾਰਿਆ ਹੋਇਆ ਤੂੰ ਪਰਮਾਤਮਾ ਨੂੰ? ਜਿਹੜਾ ਸਾਰੀਆਂ ਲੋੜਾਂ ਦੁਨੀਆ ਦੀਆਂ ਪੂਰੀਆਂ ਕਰ ਰਿਹਾ, ਉਹ ਤੇਰੀ ਕਿਉਂ ਨਹੀਂ ਕਰੇਗਾ? ਤੂੰ ਕਹਿੰਦੇ ਉਹਨੂੰ ਵਿਸਾਰਿਆ ਹੋਇਆ, ਛੱਡਿਆ ਹੋਇਆ, ਭੁੱਲਿਆ ਹੋਇਆ ਤੂੰ। ਸੋ ਐਸਾ ਹਰ ਧਿਆਈਆ ਮੇਰੇ ਜੀੜੇ, ਕਹਿੰਦੇ ਉਹਦਾ ਸਿਮਰਨ ਕਰ, ਉਹਨੂੰ ਧਿਆਉਣਾ ਕਰ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਤੂੰ ਸਾਰਿਆਂ ਸੁੱਖਾਂ ਦੀ ਪ੍ਰਾਪਤੀ ਕਰ ਲੇਗਾ ਗੁਰੂ ਚਰਨਾਂ ਵਿੱਚ। ਪਰ ਸਾਧ ਸੰਗਤ ਜੀ ਅੱਗੇ ਮਹਾਰਾਜ ਜੀ ਹਦਾਇਤ ਕਰਦੇ ਆ ਕਿ ਕਿਵੇਂ ਹੋਣਗੀਆਂ ਇੱਛਾ ਪੂਰੀਆਂ। ਕਿਉਂਕਿ ਜਦੋਂ ਆਪਾਂ ਕਿਸੇ ਦੇ ਕੋਲੋਂ ਕੋਈ ਵਸਤੂ ਖਰੀਦਦੇ ਆ, ਉਹਦੇ ਬਦਲੇ ਮਾਇਆ ਦਿੰਦੇ ਆ, ਕੋਈ ਨਾ ਕੋਈ ਵਸਤੂ ਤਾਂ ਦੇਣੀ ਪੈਂਦੀ ਹੈ ਨਾ। ਤੇ ਰੱਬ ਦੇ ਕੋਲੋਂ ਜੇ ਅਸੀਂ ਨਾਮ ਲੈਣਾ, ਸਿਮਰਨ ਲੈਣਾ, ਉਹਦੇ ਬਦਲੇ ਵੀ ਕੁਝ ਦੇਣਾ ਪੈਣਾ ਆਪਾਂ ਨੂੰ। ਉਹਦੇ ਬਦਲੇ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਆ, ਜਪ ਮਨ ਸਤਨਾਮ ਸਦਾ ਸਤਨਾਮ। ਇਹ ਨਹੀਂ ਵੀ ਸੰਗਰਾਂਦ ਨੂੰ ਜਾਣਾ, ਗੁਰਦੁਆਰੇ ਪੂਰਨਮਾਸ਼ੀ ਨੂੰ ਹੀ ਜਾਣਾ, ਜਾਂ ਮੱਸਿਆ ਨੂੰ ਜਾਣਾ, ਦਸਵੀਂ ਨੂੰ ਜਾਣਾ, ਇਹ ਦਿਹਾੜੇ ਮਨਾਉਂਦੇ ਆਪਾਂ ਜ਼ਿਆਦਾ। ਕੋਈ ਹੈ ਐਸੀ ਮਾਂ ਜਿਹੜੀ ਕਹਿੰਦੀ ਹੋਏਗੀ ਵੀ ਪੁੱਤਰ ਨੂੰ ਵੀ ਤੂੰ ਮੇਰੇ ਤੋਂ ਮੱਸਿਆ ਨੂੰ ਜਾਂ ਸੰਗਰਾਂਦ ਨੂੰ ਰੋਟੀ ਖਾਇਆ ਕਰ ਰੱਜ ਕੇ, ਮੁੜ ਕੇ 10-12 ਦਿਨ ਨਾ ਮੈਨੂੰ ਮਿਲੀ? ਹੈ ਕੋਈ ਮਾਂ ਐਸੀ? ਮਾਂ ਪਤਾ ਨਹੀਂ ਕਿੰਨੀ ਕੁ ਵਾਰੀ ਚੇਤਾ ਕਰਦੀ ਪੁੱਤਰ ਨੂੰ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਦਾ ਸ਼ਬਦ ਇੱਕੋ ਹੀ ਹੁੰਦਾ ਮੂੰਹ ਦੇ ਵਿੱਚ, ਮੇਰਾ ਪੁੱਤਰ। ਹੁੰਦਾ ਕਿ ਨਹੀਂ ਹੁੰਦਾ? ਕਦੇ ਮਾਂ ਨੇ ਕਦੇ ਲਿਖਿਆ ਵੀ ਮੈਂ ਇੰਨੀ ਵਾਰੀ ਯਾਦ ਕਰਿਆ ਪੁੱਤਰ ਨੂੰ? ਅਸੀਂ ਰੱਬ ਨੂੰ ਜੇ ਕਿਤੇ ਕੁਝ ਕਰ ਵੀ ਦਈਏ, ਫਿਰ ਉਹ ਆਂਢ ਗੁਆਂਢ ਵਿੱਚ ਸੁਣਾ ਦਿੰਦੇ ਆ, ਇੰਨਾ ਨਾਮ ਜਪਦੇ ਆ, ਇੰਨਾ ਨਿਤਨੇਮ ਕਰਦੇ ਆ। ਇੰਨੀ ਵਾਰੀ ਤਾਂ ਅਸੀਂ ਗੁਰਦੁਆਰੇ ਦੁੱਖਨਿਵਾਰਨ ਸਾਹਿਬ ਜਾਏ ਹਾਂ, ਹਰਿਮੰਦਰ ਸਾਹਿਬ ਪਤਾ ਨਹੀਂ ਕਿੰਨੀ ਵਾਰੀ ਜਾਏ ਹਾਂ। ਵੀ ਇਹ ਚੀਜ਼ਾਂ ਜਿਹੜੀਆਂ ਨੇ ਸਾਧ ਸੰਗਤ ਜੀ, ਜੋ ਕਰਿਆ ਉਹਨੂੰ ਭੁੱਲ ਜਾਓ, ਇਹ ਗੁਰੂ ਨਾਨਕ ਦਾ ਉਪਦੇਸ਼ ਹੈ। ਅਸੀਂ ਤਾਂ ਲੇਬਲ ਲਾ ਦਿੰਦੇ ਹਾਂ ਚੀਜ਼ਾਂ ਦੇ। ਮਹਾਰਾਜ ਕਹਿੰਦੇ ਸੇਵਾ ਉਹਦੀ ਲੱਗਦੀ ਆ ਜਿਹੜਾ ਕਰਕੇ ਭੁੱਲ ਗਿਆ ਹੋਵੇ, ਜਿਹਦੇ ਚੇਤਾ ਦੇ ਵਿੱਚ, ਉਹ ਚੇਤਾ ਦੇ ਵਿੱਚ ਹੀ ਫਸੀ ਹੋਈ ਆ ਹਲੇ। ਤੋ ਇਸ ਕਰਕੇ ਮਹਾਰਾਜ ਦਾ ਬੜਾ ਵਡਮੁੱਲਾ ਬਚਨ ਹੈ ਸੁਖਮਨੀ ਸਾਹਿਬ ਦਾ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ
ਪ੍ਰਾਪਤ ਸੁਆਮੀ ਕਹਿੰਦੇ ਜਿਹੜਾ ਸੇਵਾ ਕਰਦਾ ਰਵੇ ਕਰਦਾ ਰਵੇ ਕਰਦਾ ਰਵੇ, ਭੁੱਲ ਜਾਏ ਪਰ ਕਹਿੰਦੇ ਪਿਛਲਾ। ਫੇਰ ਕਹਿੰਦੇ ਉਹਨੂੰ ਰੱਬ ਆਪ ਆ ਕੇ ਪੁੱਛਦਾ, ਦੱਸ ਤੇਰੀ ਇੱਛਾ ਕੀ ਹੈ? ਤੁਸੀਂ ਕਹੋਗੇ ਕਿੱਥੇ ਲਿਖਿਆ ਵੀ ਪੁੱਛਦਾ? ਧਰੂਵ ਨੇ ਸਿਮਰਨ ਕੀਤਾ ਰੱਬ ਦਾ, ਰੱਬ ਨੂੰ ਆਪ ਆ ਕੇ ਪੁੱਛਣਾ ਪਿਆ, ਕਹਿੰਦੇ ਦੱਸ ਕੀ ਚਾਹੀਦਾ ਤੈਨੂੰ, ਤੇਰੀ ਇੱਛਾ ਕੀ ਹੈ? ਰੱਬ ਸਾਧ ਸੰਗਤ ਜੀ ਮਗਰ ਮਗਰ ਪਾਛੈ ਲਾਗੋਂ ਹਰ ਪਿਰੈ ਕਹਿਤ ਕਬੀਰ। ਕਬੀਰ ਨੇ ਨਾਮ ਜਪਿਆ, ਰੱਬ ਪਿੱਛੇ ਪਿੱਛੇ ਫਿਰਦਾ, ਕਬੀਰ ਗਾਹਾਂ ਗਾਹਾਂ ਤੁਰਦਾ। ਰੱਬ ਕਹਿੰਦਾ ਉਹ ਖੜਤਾ ਜਾ ਹੁਣ। ਇੱਥੇ ਤੱਕ ਕਰਾਂ ਸਾਧ ਸੰਗਤ ਜੀ ਬਿਰਤੀ ਚਲੇਗੀ ਸੀਗੀ ਭਗਤ ਕਬੀਰ ਜੀ ਦੀ। ਕਬੀਰ ਦੇ ਕਾਂਸੀ ਦੇ ਲੋਕ ਕਹਿੰਦੇ ਆ, ਕਹਿੰਦੇ ਦੇਖੋ ਦੁਨੀਆ ਦੇ ਲੋਕੋ ਕਬੀਰ ਜਾ ਰਿਹਾ ਕਿ ਰੱਬ ਤੁਰਿਆ ਜਾ ਰਿਹਾ ਸੜਕ ਦੇ ਉੱਤੇ। ਰਾਮ ਕਬੀਰਾ ਏਕ ਭਇਐ ਕੋਇ ਨਾ ਸਕੈ, ਉਹ ਅਵਸਥਾ ਇੱਕ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ। ਬਸ ਇਹ ਕੁੰਡੀ ਹੈ ਇੱਕ ਗੱਲ ਦੀ। ਅਸੀਂ ਸਾਰੀ ਜ਼ਿੰਦਗੀ ਮੈਂ ਕਰਦੇ ਤੁਰ ਜਾਂਦੇ ਹਾਂ। ਰੱਬ ਕਹਿੰਦਾ ਇਹ ਛੱਡ ਕੇ ਇਹੀ ਗੱਲ ਕਿਹਾ ਕਰ, ਤੂੰ ਹੀ ਹੈ, ਤੂੰ ਹੀ ਹੈ ਪਰਮੇਸ਼ਰ, ਤੂੰ ਹੀ ਹੈ। ਬਾਬਾ ਕਬੀਰ ਜੀ ਨੇ ਮੰਨਿਆ ਇਸ ਗੱਲ ਨੂੰ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ। ਬਸ ਇਹ ਭੁਲੇਖਾ ਪਾਇਆ ਹੋਇਆ ਸਾਨੂੰ ਰੱਬ ਨੇ, ਅਸੀਂ ਮੈਂ ਨਹੀਂ ਛੱਡਦੇ। ਤੇ ਰੱਬ ਜਿਹੜਾ ਉਹ ਕਹਿੰਦਾ ਪਰਮੇਸ਼ਰ ਸਭ ਸਮਰੱਥ ਹੈ। ਦਸਮ ਪਾਤਸ਼ਾਹ ਮਹਾਰਾਜ ਨੇ ਤੂੰ ਹੀ ਤੂੰ ਹੀ ਤੂੰ ਹੀ ਦਾ ਜਾਪ ਕਰਦੇ ਆ ਬਹੁਤ ਸਮਾਂ, ਤੂੰ ਹੀ ਤੂੰ ਹੀ ਤੂੰ ਹੀ ਜਾਪ ਕੀਤਾ ਦਸਵੇਂ ਪਾਤਸ਼ਾਹ ਮਹਾਰਾਜ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੇ ਆਪਾਂ ਬਚਨ ਪੜ੍ਹੀਏ, ਆਪਾਂ ਅੱਜ ਗੁਰਪੁਰਬ ਤਾਂ ਬਹੁਤ ਮਨਾਉਂਦੇ ਆਪਾਂ, ਗੁੱਸਾ ਨਾ ਕਰਿਓ ਗੱਲ ਦਾ, ਪਰ ਗੱਲ ਸਮਝਣ ਵਾਲੀ ਆ। ਹਰ ਗੱਲ ਦੇ ਵਿੱਚ ਕੋਈ ਨਾ ਕੋਈ ਪੁਆਇੰਟ ਹੁੰਦਾ ਸਮਝਣ ਵਾਲਾ। ਅੱਜ ਅਸੀਂ ਕੱਲ੍ਹ ਗੁਰਪੁਰਬ ਮਨਾ ਕੇ ਹਟੇ ਹਾਂ। ਇੱਕ ਵਿਦਵਾਨ ਲਿਖਦਾ, ਕਹਿੰਦਾ ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਕੀ ਸੀਗਾ ਉਪਦੇਸ਼ ਗੁਰੂ ਨਾਨਕ ਦੇਵ ਜੀ ਦਾ? ਘਰ ਬਾਰ ਪਰਿਵਾਰ ਸਭ ਸੱਚੇ ਪਾਤਸ਼ਾਹ ਨੇ ਤਿਆਗ ਕੇ ਲੁਕਾਈ ਦਾ ਭਲਾ ਕੀਤਾ ਸੀਗਾ। ਅੱਜ ਅਸੀਂ ਮਨਾਉਣ ਤੱਕ ਸੀਮਤ ਰਹਿ ਗਏ, ਉਹ ਉਪਦੇਸ਼ ਨੂੰ ਜੀਵਨ ਦਾ ਅਮਲੀ ਰੂਪੀ ਜਾਮਾ ਨਹੀਂ ਦੇ ਸਕੇ। ਇਹੀ ਭੁਲੇਖਾ ਪੈ ਗਿਆ, ਇਹ ਗੱਲਾਂ ਉਹਦੇ ਵਾਸਤੇ ਬਣੀਆਂ ਹੋਈਆਂ ਨੇ, ਜਾਂ ਗੁਰਦੁਆਰੇ ਵਾਸਤੇ, ਜਾਂ ਜਿਹੜੇ ਗੁਰੂ ਘਰ 'ਚ ਰਹਿੰਦੇ ਉਹਨਾਂ ਵਾਸਤੇ, ਜਾਂ ਜਿਹੜੇ ਇਸ 'ਤੇ ਨਿਰਭਰ ਕਰਦੇ ਆ। ਨਹੀਂ, ਗੁਰੂ ਬਾਬਾ ਜੀ ਦਾ ਬਚਨ ਸੀਗਾ, ਕਹਿੰਦੇ ਭਾਈ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌ ਵਰਨਾ ਕੋ। ਕਹਿੰਦੇ ਜਿਹਦੇ ਕੰਨ ਵਿੱਚ ਆਵਾਜ਼ ਪੈ ਜਾਵੇ ਨਾ ਰੱਬ ਦੀ, ਭਲਾ ਤਾਂ ਉਹਦਾ ਵੀ ਹੋਣਾ। ਤੋ ਇਸ ਕਰਕੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆਪਾਂ ਪੁਰਬ ਮਨਾਉਂਦੇ ਹਾਂ ਨਾ, ਉੱਥੇ ਬਚਨ ਵੀ ਮੰਨੀਏ। ਕੀ ਸੀਗਾ ਬਚਨ ਮਹਾਰਾਜ ਦਾ? ਅਸੀਂ ਵਿੱਚੇ ਹੀ ਹਾਂ, ਕਿਤੇ ਤੁਹਾਨੂੰ ਭੁਲੇਖਾ ਪੈ ਜਾਵੇ ਪਤਾ ਨਹੀਂ ਮੰਨਦੇ ਹੋਣੇ ਹੈ। ਨਹੀਂ, ਮਹਾਰਾਜ ਜੀ ਕਹਿੰਦੇ ਜੇ ਸਾਡਾ ਸਿੱਖ ਬਣਨਾ ਹੈ ਤਾਂ ਇਹ ਗੁਣ ਧਾਰਨ ਕਰ ਲੈ ਸਾਰੇ। ਦੁਨੀਆ ਇਹਨਾਂ ਦੇ ਪਿੱਛੇ ਲੜਦੀ ਝਗੜਦੀ ਹੈ। ਅੱਜ ਸਮਾਂ ਕੈਸਾ ਹੈ, ਕੌਣ ਆਪਣੇ ਆਪ ਨੂੰ ਨੀਵਾਂ ਕਹਾਉਂਦਾ? ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ। ਇੱਥੇ ਗੱਲ ਉਲਟਾ ਥੋੜੀ ਜੀ। ਜੇ ਤੁਸੀਂ ਪਿੰਡ ਦੀ ਨਿਗਾਹ ਵਿੱਚ ਆਉਣਾ ਫਿਰ ਸਰਪੰਚ ਬਣੋ, ਜੇ ਜ਼ਿਲ੍ਹਾ ਦੀ ਨਿਗਾਹ ਵਿੱਚ ਆਉਣਾ ਫਿਰ MLA ਬਣੋ, ਹੋਰ ਉੱਪਰ ਉੱਠਣਾ ਫਿਰ ਅੱਗੇ ਦੇ ਅੱਗੇ ਵਜ਼ੀਰ ਬਣਦੇ ਬਣਦੇ ਦਿੱਲੀ ਪਹੁੰਚੋ। ਜੇ ਦੁਨੀਆ ਵਿੱਚ ਤੁਸੀਂ ਸਾਧ ਸੰਗਤ ਜੀ ਆਪਣੀ ਪਹੁੰਚ ਤੇ ਆਪਣਾ ਆਪਾ ਦਿਖਾਣਾ ਵਾਕਈ ਵੀ ਅਸੀਂ ਵੀ ਹਾਂ ਕੁਛ, ਫਿਰ ਦੁਨੀਆ ਉੱਚੇ ਉੱਠਣਾ ਪਏਗਾ। ਜੇ ਰੱਬ ਨੂੰ ਮਿਲਣਾ ਫਿਰ ਪੌੜੀਆਂ ਥੱਲੇ ਉਤਰਨੀਆਂ ਪੈਣੀਆਂ। ਹਰਿਮੰਦਰ ਸਾਹਿਬ ਤੁਸੀਂ ਜਾਓਗੇ ਨਾ, ਉੱਥੇ ਘਾਟਾ ਨਹੀਂ ਕਿਸੇ ਗੱਲ ਦਾ, ਭਰਤ ਪਾ ਕੇ ਉਦੋਂ ਉੱਚਾ ਕਰ ਸਕਦੇ ਹੋ, ਪਰ ਪੌੜੀਆਂ ਥੱਲੇ ਉਤਰਨੀਆਂ ਪੈਂਦੀਆਂ ਹਰਿਮੰਦਰ ਸਾਹਿਬ। ਕੀ ਕਾਰਨ ਹੈ ਉਹਦਾ? ਕਹਿੰਦੇ ਦੁਨੀਆ ਵਿੱਚ ਤਾਂ ਮੈਂ ਬਹੁਤ ਕਰਦਾ, ਇੱਥੇ ਹੰਕਾਰ ਛੱਡ ਕੇ ਥੱਲੇ ਉਤਰ ਆ। ਹੁਣ ਪੌੜੀਆਂ ਥੱਲੇ ਉਤਰਨੀਆਂ ਪੈਂਦੀਆਂ ਹਰਿਮੰਦਰ ਸਾਹਿਬ ਦੀਆਂ ਦਰਸ਼ਨ ਕਰਨ ਵਾਸਤੇ। ਉਹਦਾ ਮਤਲਬ ਇਹ ਹੈ ਆਪਣੀ ਹੋਂ ਤੇ ਮੈਂ ਛੱਡ ਦੇ। ਹੁਣ ਤੂੰ ਆਪਣੇ ਉਹਦੇ ਵਿੱਚ ਨਹੀਂ ਹੈ, ਤੂੰ ਗੁਰੂ ਦਾ ਸਿੱਖ ਬਣ ਕੇ, ਗੁਰੂ ਕਾ ਮਰੀਦ ਬਣ ਕੇ, ਗੁਰੂ ਕਾ ਸੇਵਕ ਬਣ ਕੇ ਆ ਗੁਰੂ ਦੇ ਚਰਨਾਂ ਵਿੱਚ। ਤੇ ਤੁਸੀਂ ਵੀ ਬਹੁਤੇ ਵਿੱਚ ਗਏ ਹੋਵੋਗੇ, ਵੈਸੇ ਸਾਰੇ ਗਏ ਹੋਣੇ ਹਰਿਮੰਦਰ ਸਾਹਿਬ। ਤੁਹਾਡਾ ਮਨ ਇੱਕ ਵਾਰੀ ਐਂ ਸ਼ਾਂਤ ਹੋ ਜਾਂਦਾ ਹੈ। ਕਾਰਨ ਕੀ ਹੈ? ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, 24 ਘੰਟੇ ਬਾਣੀ ਦਾ ਮੇਘ ਵਰਸਦਾ ਉੱਥੇ।
ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਉੱਥੇ ਪਰਮੇਸ਼ਰ ਦੀ ਤਾਕਤ ਸਿਮਰਨ ਦੀ ਬਾਣੀ ਦੀ ਵਰਤਦੀ ਹੈ 24 ਘੰਟੇ। ਤੋ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਨੇ ਸਾਨੂੰ ਉਪਦੇਸ਼ ਕੀਤਾ ਕਿ ਜਿਹਨੇ ਭਾਈ ਗੁਰੂ ਚਰਨਾਂ ਦੇ ਵਿੱਚ ਜੁੜਨਾ ਹੈ, ਉਹ ਆਪਣੀ ਹੋਂ ਤੇ ਮੈਂ ਮੇਟ ਦੇਵੇ, ਖਤਮ ਕਰ ਦੇਵੇ। ਗੁਰੂ ਕੇ ਉਪਦੇਸ਼ ਦੀ ਕਮਾਈ ਕਰੇ। ਫਿਰ ਗੁਰੂ ਦੇਖੋ ਹਰ ਸਿੱਖ ਦੀ ਜਿਹੜੀ ਲੋੜ ਆ, ਇੱਛਾ ਪੂਰੀ ਕਰਦਾ। ਆਪਾਂ ਜਿਹੜਾ ਬਚਨ ਭਾਈ ਮਾਧੋ ਦਾਸ ਦਾ ਸ਼ੁਰੂ ਕਰਿਆ ਨਾ, ਜਪ ਮਨ ਸਤਨਾਮ ਸਦਾ ਸਤਨਾਮ, ਕਹਿੰਦੇ ਸਦਾ ਸਤਨਾਮ ਸਿਮਰਨ ਕਰਿਆ ਕਰ। ਇਹ ਨਹੀਂ ਕਿ ਮਹੀਨੇ ਮੱਸਿਆਂ ਨੂੰ ਹੀ ਗਿਆ ਸੰਗਰਾਂਦ ਤੇ 12 ਮਾਹ ਦਾ ਪਾਠ ਸੁਣਿਆ, ਦੇਗ ਲਈ ਚੱਲੋ ਮੇਰੇ ਭਾਈ। ਸਿਮਰਨ ਕਰਿਆ ਕਰੋ, ਸੇਵਾ ਕਰਿਆ ਕਰੋ, ਬਾਣੀ ਪੜਿਆ ਕਰੋ ਜਿੱਥੇ ਵੀ ਮੌਕਾ ਮਿਲ ਜਾਵੇ। ਤੇ ਵੱਡੀ ਗੱਲ ਹੈ, ਤੁਸੀਂ ਕਹੋਗੇ ਵੀ ਇਹ ਵੀ ਫਿਰ ਸੰਗਤ ਦੇ ਵਿੱਚ ਹੀ ਮਿਲਦੀਆਂ ਸਾਰੀਆਂ ਚੀਜ਼ਾਂ। ਸੇਵਾ ਕਰਨ ਦੇ ਨਾਲ ਜਦੋਂ ਭਾਂਡੇ ਮਾਰਦੇ ਆ, ਤੱਪੜ ਝਾੜਦੇ ਆ, ਝਾੜੂ ਲਾਉਂਦੇ ਆ ਨਾ, ਬਿਰਲੇ ਬਿਰਲੇ ਲਾਉਂਦੇ ਹੋਣੇ ਨੇ ਵੈਸੇ। ਜੇ ਇਹ ਗੱਲ ਸੱਚ ਹੋ ਜਾਵੇ ਫਿਰ ਮਹਾਰਾਜ ਦਾ ਬਚਨ ਹੈ ਨਾ, ਜੱਗ ਮੇ ਉੱਤਮ ਕਾਢੀਆ ਬਿਰਲੇ ਕਈ। ਕਹਿੰਦੇ ਭਾਈ ਬਿਰਲੇ ਹੋਣਗੇ ਜਿਹੜੇ ਝਾੜੂ ਚੱਕਣਗੇ, ਸਿਮਰਨ ਕਰਨਗੇ, ਸੇਵਾ ਕਰਨਗੇ। ਮੇਰੇ ਵਾਂਗੂ ਚਿੱਟਾ ਬਾਣਾ ਪਾ ਕੇ ਤੇ ਕੁਰਸੀ ਤੇ ਬਹਿਣ ਨੂੰ ਤਾਂ ਸਾਰੇ ਤਿਆਰ ਹੋਣਗੇ, ਪਰ ਸੇਵਾ ਵਾਲੇ ਪਾਸੇ ਬਿਰਲੇ ਬਿਰਲੇ ਆਣਗੇ। ਕੋਟਣ ਮੈਂ ਨਾਨਕ ਕਹੂ ਨਾਰਾਇਣ ਜਿਹੇ। ਕਹਿੰਦੇ ਭਾਈ ਕਰੋੜਾਂ ਵਿੱਚੋਂ ਕੋਈ ਕੋਈ ਹੋਏਗਾ ਜਿਹੜਾ ਸੇਵਾ ਭਾਵਨਾ ਰੱਖ ਕੇ ਸੇਵਾ ਕਰੇਗਾ ਗੁਰੂ ਦੇ ਚਰਨਾਂ ਵਿੱਚ। ਤੁਸੀਂ ਇੱਥੇ ਦੁੱਖਨਵਾਰ ਸਾਹਿਬ ਜਾਂ ਘਰਾਲੀ ਸਾਹਿਬ ਕਦੇ ਵੀ ਜਾਓ ਨਾ, ਤੁਹਾਨੂੰ ਮੌਕਾ ਮਿਲੇ, ਤੁਸੀਂ ਦੇਖਿਓ ਉੱਥੇ ਇੱਕ ਦੂਜੇ ਦੇ ਹੱਥਾਂ ਦੇ ਵਿੱਚੋਂ ਭਾਂਡੇ ਖੁੰਦੇ ਆ। ਮੈਂ ਵਰਤਾਵਾਂਗਾ, ਮੈਂ ਭਾਂਡੇ ਮਾਂਜਾਂਗਾ, ਤੇ ਆਪਣਾ ਪਿੰਡ ਵਾਲਾ ਗੁਰੂ ਘਰ ਆ ਇੱਥੇ, ਇਹ ਵੀ ਤਾਂ ਆਪਣਾ ਹੀ ਹੈ ਨਾ, ਤੇ ਹੈ ਓਡਾ ਹੀ ਮਹਾਤਮ ਹੈ ਸੇਵਾ ਦਾ। ਕਿਉਂਕਿ ਉੱਥੇ ਵੀ ਗੁਰੂ ਦਾ ਬਚਨ ਹੈ, ਘਰਾਲੀ ਸਾਹਿਬ ਵੀ ਸਤਿਗੁਰ ਕੀ ਸੇਵਾ, ਤੇ ਬਚਨ ਇੱਥੇ ਵੀ ਮਹਾਰਾਜ ਦਾ ਚਰਨ ਸ਼ਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ। ਗੁਰੂ ਉਹੀ ਹੈ ਪਰ ਭਾਵਨਾ ਸਿੱਖ ਦੀ ਹੈ। ਇਹਦਾ ਮਤਲਬ ਇਹ ਨਹੀਂ ਹੈ ਵੀ ਉੱਥੇ ਨਹੀਂ ਜਾਣਾ, ਪਰ ਘਰਾਲੀ ਸਾਹਿਬ ਮਹਾਰਾਜ ਦੇ ਮੁਬਾਰਕ ਚਰਨ ਪਏ ਹੋਏ, ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ। ਸੇਵਾ ਜਿੱਥੇ ਵੀ ਸਿੱਖ ਕਰੇਗਾ, ਗੁਰੂ ਦਾ ਬਚਨ ਹੈ ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ। ਕਹਿੰਦੇ ਸਰੋਂ ਦੇ ਤਿਲ ਜਿੰਨੀ ਵੀ ਸਿੱਖ ਕੋਈ ਸੇਵਾ ਕਰਦਾ ਨਾ ਗੁਰੂ ਨਾਨਕ ਦੇ ਘਰ ਦੀ, ਗੁਰੂ ਘਰ ਦੀ ਚਾਰ ਦੀਵਾਰੀ ਦੀ, ਕਹਿੰਦੇ ਉਹਦੀ ਬੇਅਰਥ ਨਹੀਂ ਜਾਏਗੀ ਕਦੇ ਵੀ। ਸਰੋਂ ਦਾ ਤਿਲ ਦੇਖ ਲਓ ਕਿੰਨਾ ਹੁੰਦਾ, ਤੁਸੀਂ ਸਾਰੇ ਖੇਤੀਬਾੜੀ ਵਾਲੇ ਹੋ। ਸਰੋਂ ਦੇ ਤਿਲ ਜਿੰਨੀ ਵੀ ਕਹਿੰਦੇ ਸੇਵਾ ਗੁਰੂ ਨਾਨਕ ਦੇ ਘਰ ਦੀ ਕਦੇ ਵਿਅਰਥ ਨਹੀਂ ਗਈ ਕਿਸੇ ਦੀ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਜਪ ਮਨ ਸਤਨਾਮ ਸਦਾ ਸਦਾ ਜਪਿਆ ਕਰ। ਕਹਿੰਦੇ ਜਿਵੇਂ ਮਾਂ ਪੁੱਤਰ ਨੂੰ ਹਜ਼ਾਰਾਂ ਵਾਰ ਦਿਨ ਦੇ ਵਿੱਚ ਕਹਿੰਦੀ ਨਾ, ਮੇਰਾ ਪੁੱਤਰ ਮੇਰਾ ਪੁੱਤਰ ਮੇਰਾ ਲਾਡਲਾ, ਕਿੰਨੀ ਵਾਰੀ ਪੁਕਾਰਦੀ ਹੈ। ਕਹਿੰਦੇ ਰੱਬ ਨੂੰ ਮਾਂ ਜਿਵੇਂ ਪੁੱਤਰ ਨੂੰ ਕਹਿੰਦੀ, ਐਵੇਂ ਯਾਦ ਕਰਿਆ ਕਰੋ। ਕਦੇ ਮਾਂ ਕਦੇ ਵਿਸ਼ੇਸ਼ਣ ਲਾਉਂਦੀ ਹੈ, ਕਦੇ ਲਿਖਦੀ ਹੈ ਵੀ ਮੈਂ ਇੰਨੀ ਵਾਰੀ ਯਾਦ ਕਰਿਆ ਅੱਜ ਤੈਨੂੰ, ਨਹੀਂ ਨਾ ਕਰਦੀ। ਆਪਾਂ ਸਿਮਰਨ ਕਰਕੇ ਕਿਵੇਂ ਕਹਿ ਦਿੰਦੇ ਹਾਂ, ਮੈਂ ਇੰਨਾ ਨਿਤਨੇਮ ਕੀਤਾ, ਮੈਂ ਇੰਨੀਆਂ ਮਾਲਾ ਫੇਰੀਆਂ। ਤੋਲ ਮੋਲ ਕਿੱਥੇ ਹੁੰਦਾ ਹੈ? ਜਿੱਥੇ ਹਿਸਾਬ ਕਿਤਾਬ ਹੋਵੇ। ਰੱਬ ਨਾਲ ਕਾਹਦਾ ਹਿਸਾਬ ਕਿਤਾਬ ਹੈ? ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਸਦਾ ਜਪਿਆ ਕਰੋ, ਜਪ ਮਨ ਸਤਨਾਮ ਸਦਾ ਸਤਨਾਮ। ਜੇ ਤੂੰ ਕਹਿੰਦੇ ਇਹ ਗੁਰੂ ਦਾ ਬਚਨ ਮੰਨ ਲੇਗਾ ਨਾ, ਫਿਰ ਕਿੱਡੀ ਵੱਡੀ ਪ੍ਰਾਪਤੀ ਹੈ। ਹਲਤ ਪਲਤ ਮੁਖ ਉਜਲ ਹੋਈ ਹੈ। ਕਹਿੰਦੇ ਤੇਰਾ ਲੋਕ ਸੁਖੀਏ ਹੋ ਜਾਣਗੇ, ਤੇਰਾ ਪਰਲੋਕ ਸਬਰ ਜਾਏਗਾ। ਹਲਤ ਕਹਿੰਦੇ ਨੇ ਸੰਸਾਰ ਨੂੰ, ਪਲਤ ਕਹਿੰਦੇ ਨੇ ਪਰਲੋਕ ਨੂੰ। ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹੈ। ਇੱਥੇ ਫੇਰ ਉਹੀ ਸ਼ਬਦ ਆਉਂਦਾ ਨਿਤ, ਜਿਹੜੇ ਸਵੇਰੇ ਨਿਤ ਨੇ। ਜੇ ਕਿਤੇ ਬਾਬਾ ਜੀ ਬੇਸ਼ੱਕ ਮਾਂ ਕਿਸੇ ਕਾਰਨ ਕਰਕੇ ਸਪੀਕਰ ਨਾ ਲੱਗੇ ਤਾਂ ਆਪਾਂ ਜਾ ਕੇ ਪੁੱਛਾਂਗੇ ਵੀ ਕਿਉਂ ਨਹੀਂ ਲਾਇਆ ਤੂੰ ਅੱਜ, ਜਾਂ ਅੱਜ ਬੋਲਿਆ ਕਿਉਂ ਨਹੀਂ। ਉਂਝ ਭਾਵੇਂ ਆਪਾਂ ਜਾਈਏ ਬੇਸ਼ੱਕ ਨਾ ਜਾਈਏ, ਪਰ ਪੁੱਛਾਂਗੇ ਜ਼ਰੂਰ। ਆਪਣੇ ਮੇਰਾ ਕਹਿਣ ਦਾ ਭਾਵ ਇੰਨਾ ਕਿ ਆਪਾਂ ਨੇਮ ਦੇ ਵਿੱਚ ਜੁੜੀਏ, ਨਿਤ ਦੇ ਵਿੱਚ ਜੁੜੀਏ। ਜਿਵੇਂ ਮਹਾਰਾਜ ਕਹਿੰਦੇ ਨਿਤ ਧਿਆਈ ਹੈ। ਨਿਤ ਦਾ ਮਤਲਬ ਜਿਵੇਂ ਸਕੂਲ 'ਚ ਬੱਚੇ ਰੋਜ਼ ਜਾਂਦੇ ਆ, ਨੌਕਰੀ ਕਰਨ ਵਾਲੇ ਦਫ਼ਤਰ ਰੋਜ਼ ਜਾਂਦੇ ਆ, ਇਵੇਂ ਕਹਿੰਦੇ ਰੱਬ ਦੇ ਅੱਗੇ ਪੇਸ਼ ਆਇਆ ਕਰ ਤੂੰ। ਨਿਤ ਧਿਆਈ ਹੈ ਹਰ ਪੁਰਖ ਨਿਰੰਜਣਾ। ਅੱਗੇ ਹੋਰ ਵੱਡਾ ਵਚਨ ਕਰਦੇ ਆ, ਜੈਰ ਸਿਮਰਨ ਭਇਆ ਤੈ ਉਪਾਦਗਤ ਕੀਨੀ, ਵੱਡ ਭਾਗੀ ਹਰ ਜਪਣਾ। ਜਿਹੜੇ ਕਹਿੰਦੇ ਸਿਮਰਨ ਕਰਦੇ ਆ, ਨਾਮ ਜਪਦੇ ਆ,
ਉਹ ਉਹਨਾਂ ਦੇ ਭਾਗਾਂ ਦੇ ਵਿੱਚ ਪਰਮੇਸ਼ਰ ਨੇ ਉਹਨਾਂ ਦੇ ਵੱਡੇ ਭਾਗ ਨੇ ਸਿਮਰਨ ਕਰਨ ਵਾਲੀਆਂ ਰੂਹਾਂ ਦੇ। ਵੱਡ ਭਾਗੀ ਹਰ ਜਪਣਾ, ਕਹਿੰਦੇ ਵੱਡੇ ਭਾਗਾਂ ਵਾਲੇ ਸਿਮਰਨ ਕਰਦੇ ਆ। ਸੱਚੀ ਗੱਲ ਹੈ ਸਾਧ ਸੰਗਤ ਜੀ, ਮਹਾਰਾਜ ਦੇ ਚਰਨਾਂ ਵਿੱਚ ਵੀ ਉਹੀ ਬੈਠੇਗਾ ਜਿਹਦੇ ਕੋਈ ਬਹੁਤ ਵੱਡੇ ਕਰਮ ਕੀਤੇ ਹੋਏ ਆ, ਚੰਗੇ ਕਰਮ ਕੀਤੇ ਹੋਏ ਆ। ਦੂਜਾ ਬੰਦਾ ਜਿਹੜਾ ਉਹ ਛੇਤੀ ਮਹਾਰਾਜ ਦੇ ਚਰਨਾਂ ਵਿੱਚ ਟਿਕ ਕੇ ਨਹੀਂ ਬੈਠੇਗਾ, ਨਿਸ਼ਾਨੀ ਹੈ। ਉਹ ਭੱਜੂ ਕਰੀ ਜਾਏਗਾ ਵੀ ਕਿਹੜੀ ਘੜੀ ਹੋਵੇ ਭੋਗ ਪਏ, ਮੈਂ ਉੱਠਾਂ ਮੈਂ ਜਾਵਾਂ, ਜਦ ਕਿ ਉਹਨੇ ਕਰਨਾ ਕੱਖ ਨਹੀਂ ਹੁੰਦਾ, ਘਰੇ ਵੀ ਜਾ ਕੇ ਬਹਿਣਾ ਖਲੋਣਾ ਹੀ ਹੈ। ਪਰ ਮਹਾਰਾਜ ਜੀ ਬਚਨ ਕਰਦੇ ਆ ਬਾਣੀ ਵਿੱਚ, ਕਹਿੰਦੇ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ। ਕੀ ਕਰੋਗੇ ਤੁਸੀਂ? ਮਹਾਰਾਜ ਕਹਿੰਦੇ ਜਿਨ੍ਹਾਂ ਦੇ ਚਿੱਤ ਦੇ ਕਠੋਰ ਹੈ, ਕਠੋਰਤਾ ਭਰੀ ਹੋਈ ਹੈ, ਤੁਸੀਂ ਕਹਿੰਦੇ ਉਹਨੂੰ ਦੱਬ ਘੁੱਟ ਕੇ ਬਿਠਾ ਲਓ ਵੀ ਅੱਜ ਬੈਠ ਜਾ ਤੂੰ ਰੇ, ਘੰਟਾ ਕੀਰਤਨ ਹੋਣਾ, ਘੰਟਾ ਕੁ ਪਾਠ ਹੋਣਾ, 2 ਘੰਟੇ ਲੱਗਣੇ ਆ। ਉਹ ਵਿੱਚ ਉਹਨੂੰ 10 ਵਾਰੀ ਉੱਠੇਗਾ ਬਾਹਰ ਨੂੰ ਬਹਾਨੇ ਨਾਲ, ਮੈਂ ਦੇਖਾਂ ਬਾਹਰ ਉੱਠ ਕੇ, ਕਿਉਂਕਿ ਮਹਾਰਾਜ ਦਾ ਬਚਨ ਉਹ ਕੀ ਕਰੇ ਵਿਚਾਰਾ, ਉਹਦੇ ਭਾਗਾਂ ਵਿੱਚ ਨਹੀਂ ਹੈ ਵੀ ਮੈਂ ਸੁਖਮਨੀ ਦਾ ਪਾਠ ਸੁਣ ਲਾਂ। ਜਦੋਂ ਮੈਂ ਆਇਆ ਸੀਗਾ ਵੀਰ ਉਦੋਂ ਵੀ ਬੈਠਾ ਸੀਗਾ, ਹੁਣ ਕੀਰਤਨ ਹੋ ਰਿਹਾ ਤਾਂ ਵੀ ਗੁਰੂ ਚਰਨਾਂ ਵਿੱਚ ਜੁੜੇ ਹੋਏ ਆ। ਭਾਵ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨੀ ਪੂਰੀ ਐਨ ਸ਼ਰਧਾ ਭਾਵਨਾ ਦੇ ਨਾਲ। ਅਸੀਂ ਵੀ ਉੱਠ ਜਾਂਦੇ ਹਾਂ, ਜੇ ਕਿਤੇ ਜਾਈਏ ਕੀਰਤਨ ਹੁੰਦਾ ਹੋਵੇ ਮਿੰਟ 5 ਲਾਈਦੇ ਆ ਵੀ ਹੁਣ ਭੋਗ ਕਦੋਂ ਕੁ ਪੈਣਾ ਵਾ, ਆਨੰਦ ਸਾਹਿਬ ਸ਼ੁਰੂ ਹੋਣਾ ਚੱਲ, ਜਾਂ ਅਸੀਂ ਵੀ ਭੋਗਾਂ 'ਤੇ ਜਾਂਦੇ ਹਾਂ, ਦੇਖੀਦਾ ਆਪਣਾ ਚਲੋ ਚੱਲੀਏ। ਇਹ ਸਾਧ ਸੰਗਤ ਜੀ ਆਪਣੇ ਮਨ ਦੇ ਸਮਝਾਉਣ ਦੀ ਗੱਲ ਹੈ, ਪਰ ਪੂਰਾ ਲਾਹਾ ਉਹ ਪ੍ਰਾਪਤ ਕਰਦਾ ਜਿਹੜਾ ਸ਼ੁਰੂ ਹੋ ਕੇ ਸਮਾਪਤੀ ਤੱਕ ਬੈਠਾ ਰਹਿੰਦਾ, ਉਹਨੂੰ ਪੂਰਾ ਲਾਭ ਪ੍ਰਾਪਤ ਹੁੰਦਾ। ਤੇ ਗੁਰੂ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਵੱਡੇ ਭਾਗ ਨੇ, ਵੱਡ ਭਾਗੀ ਜਨ ਨਾਨਕ ਕੋ ਗੁਰੇਹ ਮਤ ਦੀਨੀ ਜਪ ਹਰ ਭਵਜਲ। ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਮੱਤ ਦੇ ਰਹੇ ਹੈ, ਜਿਵੇਂ ਮਾਂ ਪਿਓ ਆਪਣੇ ਬੱਚੇ ਨੂੰ ਸਮਝਾਉਂਦੇ ਨੇ, ਬੇਟਾ ਤੂੰ ਇਹ ਜਗ੍ਹਾ ਤੇ ਨਹੀਂ ਜਾਣਾ, ਇੱਥੋਂ ਦੀ ਨਹੀਂ ਲੰਘਣਾ। ਕਾਹਦੇ ਵਾਸਤੇ? ਕਿਉਂਕਿ ਉਹਨਾਂ ਨੇ ਸਾਧ ਸੰਗਤ ਜੀ ਉਹ ਦੁਨਿਆਵੀ ਸਾਰਾ ਕੁਝ ਦੇਖਿਆ ਹੁੰਦਾ। ਆਪਣੇ ਬੱਚੇ ਦੇ ਭਲੇ ਵਾਸਤੇ ਸਿੱਖਿਆ ਦਿੰਦੇ ਆ, ਉਪਦੇਸ਼ ਦਿੰਦੇ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਾਂ ਸਾਰੀ ਸੰਗਤ ਨੂੰ ਆਪਣੇ ਬੱਚਿਆਂ ਨੂੰ ਉਪਦੇਸ਼ ਦਿੰਦੇ ਆ। ਗੁਰੂ ਨਾਨਕ ਸਾਹਿਬ ਜਨ ਨਾਨਕ ਕੋ ਗੁਰੇਹ ਮਤ ਦੀਨੀ, ਤੇ ਜਿਹੜਾ ਮੱਤ ਦਵੇ ਸਿਆਣਾ ਮਾਂ ਪਿਓ ਦੀ ਲੈ ਲੈਣੀ ਚਾਹੀਦੀ ਆ ਮੱਤ। ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਨ ਨਾਨਕ ਕੋ ਗੁਰੇਹ ਮਤ ਦੀਨੀ ਜਪ ਹਰ ਭਵਜਲ। ਕਹਿੰਦੇ ਤੂੰ ਜੇ ਨਾਮ ਨਾ ਜਪੇਗਾ ਤੂੰ ਭਵਜਲ ਤਰ ਨਹੀਂ ਸਕਦਾ। ਤੈਨੂੰ ਰੋਕਣ ਵਾਸਤੇ, ਵਿਘਨ ਪਾਉਣ ਵਾਸਤੇ ਨਿੱਕਾਂ ਗੱਲਾਂ ਖੜੀਆਂ ਹੋਈਆਂ ਨੇ। ਪੈਰ ਤੇ ਇੱਕ ਸੰਗਤ ਹੈ। ਸਤ ਸੰਗਤ ਦਾ ਜਦੋਂ ਆਪਾਂ ਗੁਰੂ ਚਰਨਾਂ ਵਿੱਚ ਬੈਠਦੇ ਆ ਨਾ, ਸ਼ਬਦ ਕੀਰਤਨ ਦੇ ਨਾਲ ਜੁੜਦੇ ਆ, ਬਾਣੀ ਨਾਲ, ਉਹ ਹੈ ਸਤ ਸੰਗਤ। ਜਦੋਂ ਆਪਾਂ ਦੁਨੀਆ ਦੇ ਵਿੱਚ ਸਾਧ ਸੰਗਤ ਜੀ ਆਪਣੇ ਦੁਨਿਆਵੀ ਖਿਆਲਾਂ ਦੇ ਵਿੱਚ ਉਲਝ ਜਾਂਦੇ ਆ, ਉਦੋਂ ਸਤ ਸੰਗਤ ਨਹੀਂ ਹੁੰਦੀ। ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ, ਜਿੱਥੇ ਆ ਨਾਮ ਦੇ ਸਿਮਰਨ ਦੀ, ਬਾਣੀ ਦੀ, ਗੁਰੂ ਦੀ, ਇਤਿਹਾਸ ਦੀ ਗੱਲ ਹੁੰਦੀ ਹੈ, ਉਹ ਹੁੰਦੀ ਸਤ ਸੰਗਤ। ਉਹ ਭਾਵੇਂ ਇੱਕ ਹੋਵੇ ਤੇ ਭਾਵੇਂ 2 ਹੋਣ ਤੇ ਭਾਵੇਂ 1000 ਹੋਵੇ, ਪਰ ਜਿੱਥੇ ਰੱਬ ਨਾਲ ਜੁੜਨ ਦੀ ਗੱਲ ਹੁੰਦੀ ਹੈ ਉਹ ਸਤ ਸੰਗਤ ਹੁੰਦੀ ਹੈ। ਤੋ ਭਾਈ ਮਾਧੋ ਦਾਸ ਜੀ ਕਹਿੰਦੇ ਗੁਰੂ ਬਹੁਤ ਸਮਰੱਥ ਹੈ। ਸਤ ਸੰਗਤ ਹੁੰਦੀ, ਸਵੇਰੇ ਸ਼ਾਮ ਨਾਮ ਜਪਿਆ ਜਾਂਦਾ, ਸਿਮਰਨ ਕੀਤਾ ਜਾਂਦਾ। ਸਤ ਸੰਗਤ ਕਰਦੇ ਰਾਤ ਨੂੰ ਕਈ ਵਾਰੀ ਅੱਧੀ ਰਾਤ ਪੈ ਜਾਂਦੀ, ਕਿਉਂਕਿ ਸਿਮਰਨ ਦੇ ਨਾਲ ਜੁੜਦਿਆਂ ਹੋਇਆ ਕਿ ਇੱਕ ਦਿਨ ਰਾਤ ਨੂੰ ਭਾਈ ਮਾਧੋ ਦਾਸ ਦੇ ਪਾਸ ਰੋਜ਼ ਸੰਗਤ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਵੀ ਆਉਂਦਾ ਸੰਗਤ ਕਰਨ ਵਾਲਾ। ਸਾਧ ਸੰਗਤ ਜੀ ਰਾਜੇ ਦੇ ਦਰਬਾਰ ਦੇ ਵਿੱਚ, ਉਸ ਸ਼ਹਿਰ ਦੇ ਵਿੱਚ ਚੋਰੀ ਹੋ ਜਾਂਦੀ ਹੈ। ਰਾਜੇ ਨੇ ਡੋਂਡੀ ਪਟਵਾ ਦਿੰਦਾ। ਸਵੇਰ ਨੂੰ ਦਿਨ ਚੜ੍ਹਦੇ ਨੂੰ ਕਹਿੰਦਾ ਭਾਈ ਚੋਰ ਨੂੰ ਫੜੋ। ਚੋਰ ਹੈ ਕੌਣ? ਸਾਰੇ ਪਾਸੇ ਆਪਣੇ ਵਜ਼ੀਰ ਮੰਤਰੀ ਸਾਰੇ ਚੌਂਕਾਂ ਦੇ ਵਿੱਚ ਖੜਾ ਦਿੰਦਾ ਹੈ। ਕਹਿੰਦਾ ਦਿਨ ਰਾਤ ਪਹਿਰਾ ਦਵੋ ਤੇ ਚੋਰ ਫੜੀ ਜਾਣਾ ਚਾਹੀਦਾ ਹਰ ਹਾਲਤ ਵਿੱਚ। ਜੇ ਅੱਜ ਉਹਦਾ ਇਹ ਕੰਮ ਕਰ ਗਿਆ, ਅੱਗੇ ਤੋਂ ਫੇਰ ਆਵੇਗਾ। ਹੁਣ ਸਾਧ ਸੰਗਤ ਜੀ ਉਹ ਪਹਿਰੇਦਾਰ ਜਿਹੜੇ ਨੇ ਉਹਦੇ ਰਾਜੇ ਦੇ ਹਰ ਪਾਸੇ ਫਿਰਦੇ ਆ ਚੌਂਕ ਦੇ ਵਿੱਚ। ਭਾਈ ਮਾਧੋ ਦਾਸ ਕੀਰਤਨ ਸ਼ਾਮ ਨੂੰ ਕਰ ਰਹੇ ਆ, ਅੱਧੀ ਰਾਤ ਹੋ ਜਾਂਦੀ ਹੈ। ਸਮਾਪਤੀ ਤੋਂ ਬਾਅਦ ਉਹ ਛੋਟਾ ਜਿਹਾ ਬੱਚਾ ਆਪਣੇ ਰੋਜ਼ ਦੇ ਨੇਮ ਦੇ ਅਨੁਸਾਰ ਜਦੋਂ ਸੰਗਤ ਆਉਂਦੀ ਆ, ਉਦੋਂ
तप्पड़ विछा दिंदा। जो संगत सारी चली जाती है तप्पड़ विछा के झाड़ू ला के फिर आउंदा अपने घरे सारिਆਂ तो बाद दे विच। इस तरह करदिਆਂ कई दिन लंघ गए। जदों चोरी होई पई आ राजे दी, पहरेदार खड़े होए चौंक दे विच, अद्धी रात नूं आ रहा है, फड़ के उन्होंने राजे दे दरबार च पेश कर दिता। कहंदे चोर है, ये अद्धी रात नूं 12-1 बजे फिरदा सड़कों के उत्ते, इहदा काम की है रात नूं फिरना सड़कों ते। हुण राजे दे दरबार विच पेश कर दिता। कहंदे दस दे तू चोर है जां तैनूं चोरां दा पता होएगा, तू मिलिया होना। वो बड़ा बेनतियां करदा, कहंदा मैं चोर नहीं हाँ, मैं तां संगत करन वास्ते भाई माधो दास दे पास रोज़ जाना शाम नूं। माता पिता नूं बुलाया, माता पिता भी कहंदे असीं इहनूं बहुत समझाया भी ना जाया कर रात नूं, हटदा नहीं। क्योंकि जिन्हां नूं साध संगत जी परमेश्वर दे नाम दा रस आउण लग पे ना, वो फिर पिछे नहीं हटते। जिन्हां नूं नाम दा रस आउण लग पैंदा, वो जपदे हैं, सिमरन करते हैं, दुनिया दे रस जिहड़े नूं फिक्के पैण लग पैंदे हैं। तो इस करके वो जिहड़ा छोटा जिहा बच्चा वो कहंदा भी मैं सिमरन करना, सत्संगत करनी छड्ड नहीं सकदा। फड़ के राजे दे पेश किया, माता पिता नूं बुलाया, माता पिता भी साथ छड्ड गए। कहंदे असीं तैनूं समझाया सीगा, तू नहीं समझिया, हुण असीं तेरी कोई सहती नहीं भर सकदे। भाई माधो दास का नाम लिया, उन्होंने पेश किया गया, भाई माधो दास नूं बुलाया गया। भाई माधो दास कहंदा ये बच्चे का कोई कसूर नहीं है, तो रोज़ सत्संगत करन आउंदा, सेवा करन आउंदा। हुण बथेरा समझाउंदा, राजा नहीं समझदा। कहंदा इहनूं सज़ा देवांगे। सज़ा साध संगत जी पहला इस तरह होया करदी सीगी, दरख्त नूं घड़ के ना ਉਹਨੂੰ सूल बना के ਉਹਦੇ ਉੱਤੇ सट्टिया ਜਾਂਦਾ ਸੀਗਾ ਉੱਚੀ जगह तो। इस तरह ਦੀਆਂ ਸਜ਼ਾਵਾਂ ਹੁੰਦੀਆਂ ਸੀ ਜਿਹੜਾ ਕੋਈ चोर चोरी करदा ਸੀਗਾ। बच्चे ਨੂੰ सज़ा दे ਦਿੱਤੀ गई, टाइम मुकर्रर किया गया। भाई माधो दास भी खड़ा है, बच्चा भी खड़ा है, प्रजा भी खड़ी सारी। बड़ा समझाया बुझाया। हुण ਜਿਹਦੇ राज भाग ਦਾ ਜਿਹੜਾ नशा है वो कित्थे सुनदा किसी की गल, नहीं समझिया। फिर भाई माधो दास जदों समा होया ना सूली ते चढ़ाण दा बच्चे नूं भी इहने चोरी कीती है, भाई माधो दास गुरु अर्जन देव जी महाराज के चरणों में अरदास करता है, महाराज जी जे किते इस तरह हो गया बच्चे नूं सूली ते चढ़ा के सजा दिती गई, तां ये बच्चा रोज़ सत्संगत करदा सीगा, सेवा करदा सीगा, तां तुहाडे नाम दे उत्ते ये बहुत वड्डा धब्बा लगेगा कि नाम जपण वालियां नूं, संगत करन वालियां नूं, सेवा करन वालियां नूं सजाए मौत मिलती है। गुरु महाराज के चरणों का ध्यान धरिया ना भाई माधो दास ने, गुरु के चरणों में अरदास करदा। वो लास्ट शब्द पढ़ के फिर आपां समाप्ति करिए। मेरा कुछ नहीं गरीब दा जाना, राज गुरु तेरे नाम, मेरा कुछ ना गरीब दा जाना, राज गुरु तेरे नाम।
सुनो बेनंती ठाकुर मेरे जी जंत तेरे, राख पैज नाम अपने की ਕਰਨ ਕਰਾਵਨ ਹਾਰੇ। ਗੁਰੂ ਚਰਨਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਭਾਈ ਮਾਧੋ ਦਾਸ ਮਹਾਰਾਜ ਜੀ, ਇਹ ਨਾਮ ਜਪਦਾ ਸਿਮਰਨ ਕਰਦੇ ਨੂੰ ਜੇ ਸਜ਼ਾ ਮਿਲਦੀ ਹੈ ਤਾਂ ਤੁਹਾਡਾ ਨਾਮ ਸੇਵਾ ਸਿਮਰਨ ਕਿਸੇ ਨੇ ਨਹੀਂ ਕਰਨਾ, ਵੀ ਨਾਮ ਜਪਣ ਵਾਲਿਆਂ ਨੂੰ ਤਾਂ ਇਹ ਸਜ਼ਾ ਹੀ ਮਿਲਦੀ ਹੈ। ਜਦੋਂ ਚਰਨਾਂ ਦਾ ਓਟ ਆਸਰਾ ਤੱਕਿਆ ਤੇ ਬੱਚੇ ਨੂੰ ਤਿਆਰੀ ਕਰਕੇ ਜਦੋਂ ਉੱਪਰੋਂ ਸੱਟਿਆ ਨਾ, ਉਹ ਜਿਹੜਾ ਦਰਖਤ ਘੜਿਆ ਪਿਆ ਸੀਗਾ ਸਾਧ ਸੰਗਤ ਜੀ ਮੋਮ ਬਣ ਗਿਆ, ਕੋਈ ਠੇਸ ਨਹੀਂ ਪਹੁੰਚੀ ਬੱਚੇ ਨੂੰ, ਹਰਾ ਭਰਿਆ ਹੋ ਗਿਆ। ਤਾਂ ਸਾਧ ਸੰਗਤ ਜੀ ਸਾਰੀ ਪ੍ਰਜਾ ਰਾਜੇ ਵਜ਼ੀਰ ਸਾਰੇ ਦੇਖਦੇ ਨੇ ਵੀ ਇਹ ਕੀ ਗੱਲ। ਫਿਰ ਭਾਈ ਮਾਧੋ ਦਾਸ ਨੇ ਸਮਝਾਇਆ, ਕਹਿੰਦੇ ਭਾਈ ਇਹ ਬੱਚਾ ਨਿਰਦੋਸ਼ ਹੈ, ਇਹਨੇ ਕੋਈ ਦੋਸ਼ ਨਹੀਂ ਇਹਦੇ ਵਿੱਚ, ਵੀ ਇਹਨੇ ਗਲਤੀ ਨਹੀਂ ਕਰੀ, ਕੋਈ ਪਾਪ ਨਹੀਂ ਕਰਿਆ ਜਿਹੜਾ ਤੁਸੀਂ ਏਡੀ ਵੱਡੀ ਸਜ਼ਾ ਇਹ ਬੱਚੇ ਨੂੰ ਦੇ ਰਹੇ ਹੋ। ਭਾਈ ਮਾਧੋ ਦਾਸ ਨੂੰ ਪੁੱਛਦਾ ਰਾਜਾ ਕਿ ਤੁਸੀਂ ਜਦੋਂ ਇਹਨੂੰ ਸਜ਼ਾ ਦਿੱਤੀ ਜਾ ਰਹੀ ਤੁਸੀਂ ਹੱਥ ਜੋੜ ਕੇ ਬੇਨਤੀ ਕਰ ਰਹੇ ਸੀਗੇ? ਕਹਿੰਦੇ ਹਾਂ, ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਰਹੇ ਸੀਗੇ। ਕਿੱਥੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ? ਉਹ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਹੁੰਦੇ ਆ, ਉੱਥੇ ਸੰਗਤਾਂ ਦਾ ਭਲਾ ਕਰਦੇ। ਅਸੀਂ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀਗੀ, ਰਾਜੇ ਨੇ ਖਿਮਾ ਮੰਗੀ, ਮੇਰੇ ਤੋਂ ਬੜੀ ਵੱਡੀ ਭੁੱਲ ਹੋ ਚੱਲੀ ਸੀਗੀ, ਨਾ ਬਖਸ਼ਣ ਚੋਂ ਅਵੱਗਿਆ ਹੋ ਚੱਲੀ ਸੀਗੀ, ਚਲੋ ਆਪਾਂ ਗੁਰੂ ਦੇ ਚਰਨਾਂ ਵਿੱਚ ਜਾ ਕੇ ਇਹ ਅਵੱਗਿਆ ਦੀ ਮਾਫੀ ਮੰਗੀਏ, ਖਿਮਾ ਮੰਗੀਏ ਗੁਰੂ ਦੇ ਪਾਸੋਂ। ਭਾਈ ਮਾਧੋ ਦਾਸ ਦੇ ਨਾਲ ਚੱਲ ਕੇ ਸ੍ਰੀ ਦਰਬਾਰ ਸਾਹਿਬ ਕਸ਼ਮੀਰ ਤੋਂ ਪਹੁੰਚੇ। ਭਾਈ ਮਾਧੋ ਦਾਸ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਤੇ ਰਾਜੇ ਨੇ ਵੀ ਨਮਸਕਾਰ ਕੀਤੀ, ਸੰਗਤ ਨੇ ਕੀਤੀ। ਸੱਚੇ ਪਾਤਸ਼ਾਹ ਭਾਈ ਮਾਧੋ ਦਾਸ ਵੱਲ ਦੇਖ ਕੇ ਕਹਿੰਦੇ, ਭਾਈ ਮਾਧੋ ਦਾਸ ਇਹ ਰਾਜਾ, ਫਿਰ ਸਾਰੀ ਜਿਹੜੀ ਬਿਰਥਾ ਭਾਈ ਮਾਧੋ ਦਾਸ ਨੇ ਸਰਾਈ। ਮਹਾਰਾਜ ਜੀ ਬਚਨ ਕਰਦੇ ਆ, ਕਹਿੰਦੇ ਮੇਰੇ ਮਾਧੋ ਜੀ, ਭਾਈ ਮਾਧੋ ਦਾਸ ਤਾਂ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਮੈਂ ਅਰਦਾਸ ਕੀਤੀ ਤੁਹਾਡੇ ਚਰਨਾਂ ਵਿੱਚ, ਤੁਸੀਂ ਪ੍ਰਵਾਨ ਕਰਕੇ ਇਹ ਬੱਚੇ ਦੀ ਜਿਹੜੀ ਲਾਜ ਰੱਖੀ ਸੀਗੀ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੇਰੇ ਮਾਧੋ ਜੀ ਸਾਡੀ ਨਹੀਂ, ਇਹ ਸੰਗਤ ਦੀ ਕਿਰਪਾ ਹੋਈ ਹੈ, ਸਤ ਸੰਗਤ ਮਿਲੇ ਸੋ। ਕਹਿੰਦੇ ਭਾਈ ਇਹ ਸੰਗਤ ਕਰਦਾ ਸੀਗਾ, ਸੰਗਤ ਨੇ ਇਹਨੂੰ ਬਚਾਇਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ। ਕਹਿੰਦੇ ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ। ਸੋ ਇਸ ਕਰਕੇ ਸਾਧ ਸੰਗਤ ਜੀ ਆਪਾਂ ਜਦੋਂ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਈਏ, ਅਰਦਾਸ ਕਰੀਏ, ਗੁਰੂ ਸਾਧ ਸੰਗਤ ਜੀ ਆਪਣੇ ਸਿੱਖ ਦੀ ਲਾਜ ਪਤ ਰੱਖਦਾ ਹਰ ਪਾਸੇ। ਜਿੱਥੇ ਹਰ ਅਰਾਧਿਆ ਤਿੱਥੇ ਹਰ ਮਿੱਤ ਸਹਾਈ। ਇਸ ਕਰਕੇ ਅੱਜ ਵੀ ਲੋੜ ਹੈ ਆਪਾਂ ਗੁਰੂ ਵਾਲਾ ਬਣੀਏ। ਸਭ ਤੋਂ ਪਹਿਲਾਂ ਬੇਨਤੀ ਹੈ, ਸਾਨੂੰ ਸਾਰਿਆਂ ਨੂੰ ਹੁਕਮ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ, ਪੀਵੋ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਗੁਰੂ ਸਾਹਿਬ ਦੇ ਲੜ ਲੱਗੀਏ, ਵੱਧ ਤੋਂ ਵੱਧ ਬਾਣੀ ਪੜਿਆ ਕਰੀਏ, ਨਿਤਨੇਮੀ ਹੋਈਏ, ਸਿਮਰਨ ਕਰਿਆ ਕਰੀਏ, ਸਵੇਰੇ ਅਤੇ ਸ਼ਾਮ ਨੂੰ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਿਆ ਕਰੀਏ, ਸ਼ਾਮ ਨੂੰ ਰਹਿ ਸਾਹਿਬ ਦਾ ਪਾਠ ਸਰਵਣ ਕਰਿਆ ਕਰੀਏ, ਸਵੇਰੇ ਨਿਤਨੇਮ ਬਾਣੀ ਦਾ। ਸੋ ਜੇ ਆਪਾਂ ਇਸ ਤਰ੍ਹਾਂ ਗੁਰੂ ਦੇ ਮਾਰਗ ਤੇ ਚੱਲਾਂਗੇ ਫਿਰ ਆਪਣੀ ਉਸਤਤ ਵੀ ਹੋਏਗੀ, ਵਡਿਆਈ ਸੋਭਾ ਵੀ ਹੋਏਗੀ, ਜਨਮ ਵੀ ਸਫਲਾ ਹੋ ਜਾਏਗਾ। ਆਓ ਗੁਰਮੁਖ ਪਰਿਵਾਰ ਨੇ ਗੁਰੂ ਚਰਨਾਂ ਦਾ ਓਟ ਆਸਰਾ ਲਿਆ ਹੈ। ਆਪਣੀ ਸਪੁੱਤਰੀ ਦੇ ਆਨੰਦ ਕਾਰਜਾਂ ਨੂੰ ਮੁੱਖ ਰੱਖ ਕੇ ਕਾਰਜਾਂ ਦੀ ਸਫਲਤਾ ਵਾਸਤੇ, ਚੜ੍ਹਦੀ ਕਲਾ ਵਾਸਤੇ ਗੁਰੂ ਦੇ ਚਰਨ ਪਰਸੇ ਹਨ। ਸੁਖਮਨੀ ਸਾਹਿਬ ਦੇ ਪਾਠ ਪ੍ਰਾਰੰਭ ਕਰਵਾਏ ਸਨ, ਜੋ ਗੁਰੂ ਸਾਹਿਬ ਦੀ ਕਿਰਪਾ ਸਦਕਾ ਨਿਰਵਿਘਨਤਾ ਭੋਗ ਪੈ ਚੁੱਕੇ ਹਨ। ਸੋ ਗੁਰਬਾਣੀ ਦੇ ਕੀਰਤਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੋਏ ਹਨ। ਆਓ ਸ੍ਰੀ ਅਨੰਦ ਸਾਹਿਬ ਦਾ ਪਾਠ ਕਰੀਏ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਗੁਰੂ ਚਰਨਾਂ ਵਿੱਚ ਅਰਦਾਸ ਕਰਨੀ। ਇਸੇ ਤਰ੍ਹਾਂ ਸਾਰਿਆਂ ਨੂੰ ਆਪ ਦੇ ਚਰਨਾਂ ਦੇ ਨਾਲ ਜੋੜ ਕੇ ਮਹਾਰਾਜ ਜੀ ਭਲਾ ਕਰਨਾ। ਆਓ ਅਨੰਦ ਸਾਹਿਬ ਦਾ ਪਾਠ ਕਰੀਏ, ਫਿਰ ਅਰਦਾਸ ਹੁਕਮਨਾਮੇ ਸਾਹਿਬ ਸਰਵਣ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਤੋਂ ਬਾਅਦ ਗੁਰੂ ਸਾਹਿਬ ਦੇ ਸਰੂਪ ਆਪਣੇ ਨਿੱਜ ਸਥਾਨਾਂ ਵੱਲ ਜਾਣਗੇ। ਆਪ ਸਾਰੀਆਂ ਸੰਗਤਾਂ ਨੇ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਕੀਤੇ ਗਏ, ਪ੍ਰਸ਼ਾਦ ਪਾਣੀ ਛਕ ਕੇ ਫਿਰ ਵਾਹਿਗੁਰੂ ਵਾਹਿਗੁਰੂ ਜਪਦਿਆਂ ਆਪਣੇ ਘਰਾਂ ਨੂੰ ਚਾਲਾ ਪਾਣਾ ਹੈ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਤੁ ਗੁਰ ਪ੍ਰਸਾਦ, ਜਿਨ੍ਹਾਂ
ਨੂੰ ਗੁਰਬਾਣੀ ਆਨੰਦ ਸਾਹਿਬ ਦੀ ਕੰਠ ਜ਼ਰੂਰ ਬੋਲਿਆ ਕਰੋ। ਆਪਣੀ ਰਸਨਾ ਔਰ ਸਮੇਂ ਨੂੰ ਸਫਲਾ ਕਰਿਆ ਕਰੋ ਜੀ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਾਗਰ ਪਰਵਾਰ ਭਰੀ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਮਨ ਮੇਰੇ ਦੁਖ ਸਭ ਵਿਸਾਰਣਾ। ਨਾਗਲਾ ਸਮਰੱਥ ਸੁਆਮੀ ਲੋਕ ਨਮਸਕਾਰੇ। ਆਤੇ ਸਾਹਿਬਾ ਗਾਨਾ ਘਰ ਤੇਰਾ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਨਕ ਸੱਚੇ ਸਾਹਿਬ ਜਾਣਾ ਹੀ ਘਰ ਤੇਰਾ ਸੱਚਾ। ਹਰ ਚਾਂਦ ਸੁਖਾਨੇ ਆਏ ਵਸਿਆ ਇੱਛਾ ਸਭ ਪੁਜਾਈਆਂ। ਨਾਨਕ ਸੁਣ ਹੋ ਸਭ ਸ਼ਬਦ ਤੁਰ ਪਿਆਰੋ ਸਾਚਾ। ਦਰਦ ਪਾਗੈ ਸ਼ਬਦ ਵਾਜੇ ਕਲਾ ਦਿਸ ਕਰਵਾਰੀਆਂ। ਗੁਰ ਕਰਮ ਪਾਇਆ ਤੁਧ ਜਿਨ ਕੋ ਤੇ ਨਾਮ ਹਰਿ ਕੈ ਲਾਗੇ। ਅੰਦਰ ਸੁਨੋ ਵੱਡ ਭਾਗੇ ਹੋ ਸਗਲ ਮਨੋਰਥ ਪੂਰੇ। ਰੋਗ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਤੇ ਪੁਨੀਨ ਗਏ ਤੇ ਪਵੇ ਸਤਿਗੁਰ ਰਹਿਆ ਮਨ ਹੋਵੇ। ਪਾਵਨ ਗੁਰੂ ਪਾਣੀ ਪਿਤਾ ਮਾਤਾ ਸਰਬ ਮਹਤ। ਆਈਆਂ ਮੁਰੇ ਆਈਆਂ ਵਾਚਕ ਰਮਹਦੂਰ। ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਪਹਿ ਅਰਦਾਸ ਦਿਓ ਪਿੰਡ ਸਭ ਤੁਮ ਮਾਤ ਪਿਤਾ।